श्री वाहिगुरु साहिब जी। जात कत है तत है दृष्टं स्वर्ग मार्त पयाल लोक है। सर्वत्र रमणं गोबिंद है नानक लेप छेप न लिप्यते। बिख्या पयंत अमृतं दृष्टा सखा स्वजन। दुखं पयंत सुख्यं पै पीतं ता निर्भय है। थान बेकोन विश्राम नामं नानक कृपाल हर हर गुर है। वाहिगुरु जी का खालसा वाहिगुरु जी की फतेह। परम सत्कारयोग गुरु रूप गुरु खालसा साध संगत आप सब उत्तम कर्मां वाले हो जिन्हां नूं गुरु चरणां दे विच जुड़ मिल बैठण दा सुभाग समां प्राप्त हो रहा है। अमृत वेले तो लै करके आपां सारे जाने सतगुरां दी पावन हजूरी दा आनंद प्राप्त कर रहे हां। ਵੱਡਿਆਂ ਭਾਗਾਂ ਦੀਆਂ ਨਿਸ਼ਾਨੀਆਂ ਜੋ ਕਿ ਸਾਨੂੰ ਸਾਰਿਆਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਮਿਲ ਰਿਹਾ ਹੈ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦਾ ਲਾਹਾ ਲੈਣ ਵਾਸਤੇ ਆਪਾਂ ਸਾਰੇ ਜਾਣੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਸੇਵਾ ਸਤਿਗੁਰਾਂ ਦੇ ਪਿਆਰਿਆਂ ਦੀ ਸੇਵਾ ਕਰਦੇ ਆ ਰਹੇ ਹਾਂ। ਸਾਧ ਸੰਗਤ ਜਦੋਂ ਸਾਡੇ ਵੱਡੇ ਪੁਰਵਲੇ ਭਾਗ ਜਾਗਦੇ ਹਨ ਉਦੋਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਕਰਦਾ ਹੈ। ਨਹੀਂ ਤਾਂ ਇਹ ਜੀਵ ਸਾਰਾ ਦਿਨ ਸੰਸਾਰੀ ਝਮੇਲਿਆਂ ਦੇ ਵਿੱਚ ਭਟਕਦਾ ਹੋਇਆ ਸਾਰੀ ਰਾਤ ਬੇਰਾਮੀਆਂ ਦੇ ਵਿੱਚ ਬਤੀਤ ਕਰਦਾ ਹੋਇਆ ਆਪਣਾ ਜੀਵਨ ਬਰਬਾਦ ਕਰਦਾ ਜਾ ਰਿਹਾ ਹੈ। ਜਦੋਂ ਸਾਡਾ ਕੋਈ ਪੁਰਵਲਾ ਅੱਛਾ ਕਰਮ ਜਾਗਦਾ ਹੈ ਫਿਰ ਸਾਨੂੰ ਸਤਿਗੁਰਾਂ ਦੀ ਅਲਾਹੀ ਬਾਣੀ ਦਰਗਾਹੀ ਬਾਣੀ ਧੁਰ ਕੀ ਬਾਣੀ ਅਤਿਅੰਤ ਚੰਗੀ ਅਤੇ ਮਿੱਠੀ ਲੱਗਦੀ ਹੈ। ਸੋ ਆਪਣੇ ਵੱਡੇ ਭਾਗ श्रेष्ठ भाग जो कि ਆਪਾਂ चल रही लड़ीवार गुरबाणी कथा जो कि सहस्कृति बाणी श्री गुरु अर्जन देव सच्चे पातशाह जी ने उच्चारण की। हरि लाल अते कृष्ण लाल दा उद्धार करन वास्ते उन्हां दा भला करन वास्ते उन्हां दी आत्मा नूं शांत करन वास्ते भटकदे होए मन नूं शांत करन वास्ते जो अलाही ते दरगाह की बाणी उच्चारण की उहदी व्याख्या पिछले दीवाना तो करदे आ रहे हां। अज आपां सतगुरां दी बाणी दे जो कि 35 श्लोक पिछले दीवाना विच विचार लए हन अज आपां ने 36वें श्लोक दी विचार करनी है। जिमें दे भी साडे मनां दे सवाल हुंदे हन संसार जां शंका हुंदा है केवल तो केवल गुरबाणी ही निवृत्त कर सकती है। संसारी इंसान केवल इस जीव नूं झगड़े झमेलियां वहमां भरमां विच पा सकता है। जो अकाल पुरख दी अकाली बाणी दरगाही बाणी धुर की बाणी श्री गुरु ग्रंथ साहिब सच्चे पातशाह जी दी बाणी है ये साडे सभे दुख कट्टण दी समर्था रखदी है। सो आपां जो विचार रहे हाँ 36वां श्लोक जात कतै ततै दृष्टं स्वर्ग मर्त पयाल लोक है। ये उन्हां दी अवस्था दस रहे हैं स्टेट ऑफ माइंड जो अंदरों बाहरों परमेश्वर दे नाल भेजे हुए हैं। दिलों मुहब्बत जिन सही सच्चिया जिन मन होर
ਮੁਖ ਹੋਰ ਸੇ ਕਾਂਡੇ ਕੱਚਿਆ। ਇੱਥੇ ਕੇਵਲ ਉਹਨਾਂ ਦੀ ਵਿਚਾਰ ਕੀਤੀ ਜਾਂਦੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰੱਤੇ ਹੋਏ ਹਨ। ਜਤ ਕਤੈ ਤਤੈ ਦ੍ਰਿਸ਼ਟੰ ਸਵਰਗ ਮਰਤ ਪਇਆਲ ਲੋਕ ਹੈ। ਜਿਸ ਬੰਦੇ ਨੇ ਪਰਿਪੂਰਨ ਪਰਮੇਸ਼ਰ ਆਲਮਾਈਟੀ ਗॉड ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਵਰਗ ਵਿੱਚ, ਮਾਤ ਲੋਕ ਵਿੱਚ, ਪਤਾਲ ਲੋਕ ਵਿੱਚ ਹਰ ਥਾਂ ਤੇ ਦੇਖਣਾ ਕੀਤਾ, ਜਰਰੇ ਜਰਰੇ ਦੇ ਵਿੱਚ ਦੇਖਣਾ ਕੀਤਾ। ਇਹ ਅਵਸਥਾ ਕਿਹਨਾਂ ਦੀ ਆਉਂਦੀ ਹੈ ਕਿ ਅਸੀਂ ਪਰਮੇਸ਼ਰ ਨੂੰ ਹਰ ਥਾਂ ਤੇ ਦੇਖਦੇ ਹਾਂ? ਜਦੋਂ ਅਸੀਂ ਦਾਨ ਕਰਨਾ ਹੁੰਦਾ ਹੈ, ਮਾਇਆ ਦਿਖਾ ਕੇ ਲੋਕਾਂ ਨੂੰ ਮੱਥਾ ਟੇਕਦੇ ਹਾਂ, ਔਰ ਜਦੋਂ ਕਿਤੇ ਹਥਿਆਉਣ ਦਾ ਟਾਈਮ ਆਵੇ ਫਿਰ ਅਸੀਂ ਕਹਿੰਦੇ ਆ ਕਿਹੜਾ ਕੋਈ ਦੇਖਦਾ, ਜੋ ਮਰਜ਼ੀ ਕਰ ਲਓ। ਇਸ ਤਰ੍ਹਾਂ ਨਹੀਂ, ਸਦ ਸੁਣਦਾ ਸਦ ਵੇਖਦਾ, ਜੈ ਜੈ ਪੇਖੋਂ ਤੈ ਹਜ਼ੂਰ ਦੂਰ ਕਤਹੁ ਨ ਜਾਈ। ਭਗਤ ਨਾਮਦੇਵ ਜੀ ਮਹਾਰਾਜ ਪ੍ਰਸ਼ਾਦਾ ਤਿਆਰ ਕਰ ਰਹੇ ਹਨ। ਉਹਨਾਂ ਦੇ ਪਾਸ ਇੱਕ ਕੂਕਰ ਕੁੱਤਾ ਆਉਂਦਾ ਹੈ, ਛਾਬੇ ਦੇ ਵਿੱਚੋਂ ਰੋਟੀਆਂ ਚੱਕ ਕੇ ਲੈ ਕੇ ਜਾਂਦਾ ਹੈ। ਸਾਧ ਸੰਗਤ ਅਸੀਂ ਉਹਨਾਂ ਦੀ ਥਾਂ ਤੇ ਹੁੰਦੇ ਵਗਾ ਕੇ ਇੱਕ ਡੰਡਾ ਇੱਕ ਸੋਟੀ ਮਾਰ ਕੇ ਉਹਦੀਆਂ ਲੱਤਾਂ ਤੋੜ ਦਿੰਦੇ। ਪਰ ਉੱਥੇ ਦੀ ਅਵਸਥਾ ਕੀ ਹੈ? ਉਹਨਾਂ ਦੇ ਕੋਲ ਇੱਕ ਛੰਨ ਮੱਖਣ ਦਾ ਹੱਥ ਵਿੱਚ ਪਕੜਿਆ, ਕੁੱਕਰ ਦੇ ਮਗਰ ਭੱਜੇ ਜਾਂਦੇ ਹਨ। ਕੁੱਕਰ ਨੂੰ ਕਹਿੰਦੇ, ਐ ਭਗਵਾਨ, ਤੁਸੀਂ ਰੁੱਖੀਆਂ ਰੋਟੀਆਂ ਲੈ ਕੇ ਛਾਬੇ ਵਿੱਚੋਂ ਭੱਜ ਰਹੇ ਹੋ, ਤੁਹਾਡੇ ਤੋਂ ਚੱਬੀਆਂ ਨਹੀਂ ਜਾਣੀਆਂ, ਤੁਹਾਡੇ ਤੋਂ ਖਾਧੀਆਂ ਨਹੀਂ ਜਾਣੀਆਂ। ਲਿਆਓ, ਮੈਂ ਤੁਹਾਨੂੰ ਘਿਓ ਨਾਲ, ਮੱਖਣ ਦੇ ਨਾਲ ਨਰਮ ਕਰਕੇ ਚੋਪੜ ਕੇ ਛਕਾਵਾਂਗਾ। ਅਸੀਂ ਕਹਿੰਦੇ ਹਾਂ ਅਸੀਂ ਭਗਵਾਨ ਨੂੰ ਹਰ ਥਾਂ ਤੇ ਵੇਖਦੇ ਹਾਂ। ਨਹੀਂ ਵੇਖਦੇ। ਜੇ ਵੇਖਦੇ ਹੋਈਏ ਤਾਂ ਪਾਪ ਕਰਮ ਕਿਉਂ ਕਰੀਏ? ਗਲਤੀਆਂ ਵਾਲੇ ਪਾਸੇ ਕਿਉਂ ਜਾਈਏ? ਪਾਪ ਕਰਮ, ਵਿਸ਼ੇ ਵਿਕਾਰ, ਕਿਸੇ ਦਾ ਦਿਲ ਦੁਖਾਣਾ, ਕਿਸੇ ਦੇ ਪਰਿਵਾਰਾਂ ਦੇ ਵਿੱਚ ਕਸ਼ਟ ਪੈਦਾ ਕਰ ਦੇਣੇ ਕਿਉਂ ਕਰੀਏ? ਕਿਉਂਕਿ ਸਾਨੂੰ ਲੱਗਦਾ ਹੈ ਜੋ ਮੈਂ ਕਰਦਾ ਉਹ ਮੈਨੂੰ ਹੀ ਪਤਾ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਇਹ ਸ੍ਰਿਸ਼ਟੀ ਦੇ ਵਿੱਚ ਸਾਰੇ ਪਾਪੀ ਨਹੀਂ ਹਨ, ਸਾਰੇ ਦੁੱਖ ਦੇਣ ਵਾਲੇ ਨਹੀਂ ਹਨ। ਮੰਨਦੇ ਹਾਂ ਕਿ ਸਾਨੂੰ ਸੁੱਖ ਦੇਣ ਵਾਲੇ ਕਾਫੀ ਜ਼ਿਆਦਾ ਪ੍ਰਯਾਸ ਕਰਨ ਤੋਂ ਬਾਅਦ ਮਿਲਦੇ ਹਨ। ਇਸ ਗੱਲ ਨਾਲ ਅਸੀਂ ਸਹਿਮਤ ਹਾਂ ਕਿ ਜਿਨ੍ਹਾਂ ਨੇ ਸਾਡੇ ਮਨ ਨੂੰ ਸ਼ਾਂਤ ਕਰਨਾ ਹੈ, ਸਾਡੇ ਦੁੱਖਾਂ ਨੂੰ ਕੱਟਣਾ ਹੈ, ਉਹ ਸਾਡੇ ਤੇ ਕਸੌਟੀ ਵੀ ਬੜੀ ਲਾਉਂਦੇ ਹਨ, ਉਹ ਸਾਡੇ ਤੇ ਪੇਪਰ ਵੀ ਬੜੇ ਪਾਉਂਦੇ ਹਨ। ਪਰ ਸਾਧ ਸੰਗਤ ਜੀ, ਆਖਰ ਤੇ ਜਾ ਕੇ ਦੇਖੀਏ ਨਿਚੋੜ ਇਹ ਨਿਕਲਦਾ ਕਿ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਸਾਡੇ ਤੱਕ, ਕੇਵਲ ਸਾਡੇ ਦੁੱਖ ਕੱਟਣ ਵਾਸਤੇ ਹੀ ਉਹਨਾਂ ਦਾ ਮਿਲਾਪ ਹੁੰਦਾ ਹੈ। ਕੇਵਲ ਸਾਨੂੰ ਸ਼ਾਂਤ ਕਰਨ ਵਾਸਤੇ। ਅਸੀਂ ਸੰਸਾਰੀ ਜੀਵ ਹਾਂ, ਅਸੀਂ ਗ੍ਰਸਤੀ ਜੀਵ ਹਾਂ, ਅਸੀਂ ਰੋਜ਼ ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ। ਸਾਧੂ ਜਨ ਸਾਡੇ ਕੋਲ ਕਿਵੇਂ ਆਉਂਦੇ ਨੇ? ਪਰਮੇਸ਼ਰ ਦੇ ਭੇਜੇ ਹੋਏ ਆ ਕਰਕੇ ਸਾਡੇ ਦੁੱਖ ਕੱਟਦੇ ਹਨ। ਕਿਤਨੇ ਜੀਵਾਂ ਦੇ ਦੁੱਖ ਕੱਟੇ। ਵੱਡੇ ਸੰਤ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਨਗਰ ਪੋਖੀੜ ਦੇ ਵਿੱਚ ਲੰਘੇ ਆ ਰਹੇ ਸਨ। ਸਾਰੀਆਂ ਬੱਚੀਆਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ ਖੁਸ਼ ਹੋ ਰਹੀਆਂ ਸਨ, ਔਰ ਆ ਇੱਕ ਬੱਚੀ ਸਾਈਡ ਤੇ ਖੜੀ ਹੱਥ ਵਿੱਚ ਰੱਖੜੀ ਪਕੜੀ ਹੋਈ ਉੱਚੀ ਉੱਚੀ ਰੋ ਰਹੀ ਹੈ। ਵੱਡੇ ਸੰਤ ਜੀ ਮਹਾਰਾਜ ਜਦੋਂ ਪਾਸ ਦੀ ਗੁਜ਼ਰੇ ਨਾ, ਪੁੱਛ ਰਹੇ ਹਨ ਡਰਾਈਵਰ ਨੂੰ, ਇਉਂ ਲੱਗਦਾ ਕਿ ਉਹ ਬੱਚੀ ਬੜੀ ਉਦਾਸ ਹੈ, ਵਿਰਲਾਪ ਕਰ ਰਹੀ ਹੈ, ਰੋ ਰਹੀ ਹੈ। ਸ਼ੀ ਇਜ਼ ਕਰਾਈਂਗ। ਗੱਡੀ ਨੂੰ ਰੋਕੋ, ਅਸੀਂ ਇਸ ਬਿਟੀਆ ਦੇ ਨਾਲ, ਗੁੱਡੀਆ ਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਡਰਾਈਵਰ ਦੀ ਕੀ ਮਜਾਲ ਕਿ ਸਤਿਪੁਰਸ਼ਾਂ ਦਾ ਪ੍ਰਵਚਨ ਨਾ ਮੰਨੇ। ਸਤ ਵਚਨ ਕਿਹਾ, ਗੱਡੀ ਰੋਕ ਦਿੱਤੀ। ਮਹਾਰਾਜ ਜੀ ਨੇ ਇਸ ਛੋਟੀ ਜਿਹੀ ਗੁੱਡੀਆਂ ਨੂੰ ਆਪਣੇ ਪਾਸ ਬੁਲਾਇਆ। ਪਾਸ ਬੁਲਾ ਕੇ ਪ੍ਰਵਚਨ ਕੀਤਾ, ਬੇਟਾ ਤੁਸੀਂ ਰੋਂਦੇ ਕਿਉਂ ਹੋ? ਦੇਖੋ ਨਾ, ਸਾਰੀਆਂ ਬੱਚੀਆਂ ਖੁਸ਼ ਹਨ,
ਹੱਸ ਰਹੀਆਂ ਹਨ, ਖੁਸ਼ੀ ਦਾ ਮਾਹੌਲ ਨਜ਼ਰੀ ਪੈ ਰਿਹਾ ਹੈ। ਤੁਸੀਂ ਕਿਉਂ ਨਹੀਂ ਹੱਸ ਰਹੇ? ਤੁਸੀਂ ਕਿਉਂ ਨਹੀਂ ਆਪਣੇ ਮਨ ਨੂੰ ਆਨੰਦਿਤ ਕਰ ਰਹੇ? ਕੀ ਗੱਲ ਤੁਸੀਂ ਉਦਾਸ ਹੋ? ਰੋ ਕੇ ਹੌਂਕੇ ਭਰਦੀ ਡਸਕੋਰੇ ਜਿਹੀ ਲੈਂਦੀ ਕਹਿੰਦੀ, ਮਹਾਰਾਜ ਜੀ, ਬਾਬਾ ਜੀ, ਉਹਨਾਂ ਸਾਰੀਆਂ ਦੇ ਭਰਾ ਹੈਗੇ, ਆਪਣੇ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਖੁਸ਼ੀ ਮਨਾ ਰਹੀਆਂ ਨੇ। ਮੇਰੇ ਭਰਾ ਨਹੀਂ ਹੈ। ਮੈਂ ਰੱਖੜੀ ਲੈ ਕੇ ਆਈ ਔਰ ਮੈਨੂੰ ਸਾਰੀਆਂ ਮਖੌਲ ਕਰਦੀਆਂ, ਤੇਰੇ ਤਾਂ ਭਰਾ ਹੀ ਨਹੀਂ ਹੈਗਾ, ਤੂੰ ਰੱਖੜੀ ਕਿਹਦੇ ਬੰਨੇਂਗੀ? ਮਹਾਰਾਜ ਜੀ, ਮੈਂ ਤਾਂ ਰੋਨੀ ਹਾਂ, ਮੇਰੇ ਵੀਰਾ ਨਹੀਂ ਹੈ। ਜੇ ਮੇਰੇ ਵੀਰਾ ਹੁੰਦਾ ਤਾਂ ਮੈਂ ਆ ਰੱਖੜੀ ਆਪਣੇ ਵੀਰ ਦੇ ਹੱਥ ਤੇ ਬੰਨ੍ਹਦੀ, ਰੋਂਦੀ ਨਾ, ਸਗੋਂ ਖੁਸ਼ ਹੁੰਦੀ, ਹੱਸਦੀ ਮੈਂ। ਮਹਾਰਾਜ ਜੀ, ਅਸੀਂ ਰੱਖੜੀ ਬੰਨਣ ਜਾਂ ਨਾ ਬੰਨਣ ਦੇ ਹੱਕ ਵਿੱਚ ਨਹੀਂ। ਸਾਡਾ ਰੱਖੜੀ ਨਾਲ ਕੋਈ ਸੰਬੰਧ ਨਹੀਂ। ਅਸੀਂ ਆਪ ਦੇ ਮਹਾਂਪੁਰਖਾਂ ਦੀ ਮਹਿਮਾ ਕਰ ਰਹੇ ਹਾਂ। ਹੋ ਸਕਦਾ ਕਿਉਂਕਿ ਜਦੋਂ ਲਾਈਵ ਚੱਲਦਾ ਹੋਵੇ, ਤਰ੍ਹਾਂ ਤਰ੍ਹਾਂ ਦੀ ਦੁਨੀਆ, ਤਰ੍ਹਾਂ ਤਰ੍ਹਾਂ ਦੇ ਕਮੈਂਟ। ਅਸੀਂ ਸੰਤ ਸੇਵੀ ਹਾਂ, ਮਹਾਂਪੁਰਖਾਂ ਦੇ ਸੇਵਕ ਹਾਂ, ਮਹਾਂਪੁਰਖਾਂ ਦੇ ਸੰਗੀ ਹਾਂ। ਅਸੀਂ ਮਹਾਂਪੁਰਖਾਂ ਦੀ ਮਹਿਮਾ ਕਰਨੀ ਹੋਈ। ਜਦੋਂ ਪਿਆਰਿਓ ਮਹਾਰਾਜ ਜੀ ਨੇ ਉਹਦੇ ਮਨ ਦੀ ਵੇਦਨਾ ਸੁਣੀ, ਸ਼ੀਸ਼ਾ ਤਾਂ ਉਤਰਿਆ ਹੀ ਹੋਇਆ ਸੀ, ਸੱਜਾ ਹੱਥ ਬਾਹਰ ਕੱਢ ਕੇ ਕਹਿੰਦੇ, ਬੇਟਾ, ਇਸ ਵਾਰੀ ਰੱਖੜੀ ਮੇਰੇ ਬੰਨ੍ਹਦੇ, ਅਗਲੀ ਵਾਰੀ ਆਪ ਦੇ ਭਰਾ ਦੇ ਬੰਨੀ। ਆ ਲੈ ਮੇਰਾ ਹੱਥ, ਇਸ ਵਾਰ ਮੇਰੇ ਗੁੱਟ ਤੇ ਮੇਰੇ ਹੱਥ ਤੇ ਰੱਖੜੀ ਬੰਨ੍ਹ ਦੇ। ਐਸਾ ਸਾਧੂ ਮਿਲ ਜੂ। ਕਿਹੜੀਆਂ ਗਾਲਾਂ ਫੇਸਬੁੱਕਾਂ ਤੇ, ਟਵਿੱਟਰਾਂ ਤੇ, ਵਟਸਐਪ ਤੇ, ਅਸੀਂ ਨਹੀਂ ਜੀ ਰੱਖੜੀ ਮੰਨਦੇ, ਰੱਖੜੀ ਇਹਦੇ ਨਾਲ ਜੀ ਬੰਨੋ, ਰੱਖੜੀ ਉਹਦੇ ਨਾਲ ਜੀ ਬੰਨੋ। ਪਰ ਸਾਡੇ ਸਾਧੂਆਂ ਜਿੰਨੀ ਮਹਿਮਾ ਤਾਂ ਨਹੀਂ ਕਿਸੇ ਦੀ ਹੋ ਸਕਦੀ। ਇੱਕ ਰੱਖੜੀ ਦੇ ਬਹਾਨੇ ਉਸ ਗੁੜੀਆ ਦੇ ਅੱਖਾਂ ਦੇ ਹੰਝੂ ਪੂੰਝ ਦਿੱਤੇ। ਅੱਜ ਰੱਖੜੀ ਮਹਾਰਾਜ ਜੀ ਨੇ ਆਪ ਦੇ ਪਾਵਨ ਪਵਿੱਤਰ ਗੁੱਟ ਤੇ ਸਜਾ ਲਈ। ਆਉਂਦੇ ਸਾਲ ਨੂੰ ਉਹਨਾਂ ਦੇ ਘਰੇ ਐਸਾ ਬੱਚਾ ਪੈਦਾ ਹੋਇਆ। ਸਾਧ ਸੰਗਤ, ਉਹ ਉਸ ਪਰਿਵਾਰ ਦੇ ਹੀ ਸਨ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਭੋਰਾ ਸਾਹਿਬ ਵਾਲੇ। ਉਹਨਾਂ ਦੀ ਅੱਗੇ ਜੋ ਕਹਿਣ ਤੋਂ ਮੁਰਾਦ ਹੈ ਕਿ ਜਿਹੜੇ ਪ੍ਰੇਮੀ ਜਨ ਸਭ 'ਚ ਹੀ ਰੱਬ ਵੇਖਦੇ ਹਨ। ਕਿਉਂ ਗਏ ਸੀ ਉੱਥੇ? ਲੰਘਦੇ ਤਾਂ ਰੋਜ਼ ਹੋਣਗੇ, ਪਰ ਅੱਜ ਉੱਥੇ ਜਾਣ ਦਾ ਕਾਰਨ ਇਹ ਬਣਿਆ ਕਿ ਐਸ ਗੁੜੀਆ ਨੂੰ ਭਰਾ ਦੀ ਦਾਤ ਦੇਣੀ ਹੈ। ਸਾਧੂ ਐਵੇਂ ਨਹੀਂ ਤੁਰੇ ਫਿਰਦੇ ਦੁਨੀਆ ਦੇ ਉੱਤੇ, ਉਸ ਪਾਸੇ ਜਾਂਦੇ ਐ ਜਿਸ ਪਾਸੇ ਕਿਸੇ ਦਾ ਭਲਾ ਕਰਨਾ ਹੁੰਦਾ ਹੈ। ਦੁਨੀਆ ਤਾਂ ਬੜੀ ਤੁਰੀ ਫਿਰਦੀ, ਅਸੀਂ ਸਾਰਾ ਦਿਨ ਤੁਰੇ ਫਿਰਦੇ ਆ। ਕੋਈ ਕੀਮਤ ਹੈ ਸਾਡੇ ਤੁਰਨ ਦੀ? ਅਸੀਂ ਸਾਰਾ ਦਿਨ ਬਕਵਾਸ ਕਰਦੇ, ਬੋਲਦੇ, ਨੌਨਸੈਂਸ ਟਾਕਿੰਗ ਕਰਦੇ। ਕੋਈ ਇੱਕ ਰੱਤੀ ਭਰ ਵੀ ਸਾਡੀ ਕਦਰ ਪੈਂਦੀ? ਮਹਾਂਪੁਰਸ਼ ਜਦੋਂ ਬੋਲਦੇ, ਅਸੀਂ ਸਾਰੇ ਇੱਕ ਟਿੱਕੀ ਲਗਾ ਕੇ ਉਹਨਾਂ ਦੇ ਪ੍ਰਵਚਨ ਸੁਣਦੇ ਆ। ਇੱਕ ਟਿੱਕੀ ਲਗਾ ਕੇ ਧਿਆਨ ਇਕਾਗਰ ਕਰਕੇ ਫੁੱਲੀ ਕੰਸੰਟਰੇਸ਼ਨ ਦੇ ਨਾਲ ਉਹਨਾਂ ਨੂੰ ਲਿਸਨ ਕਰਦੇ ਆ। ਕੀ ਪ੍ਰਵਚਨ ਦੇ ਰਹੇ ਹਨ? ਇੱਕ ਇੱਕ ਬਚਨ ਸਾਡੀ ਹਿਰਦਾ ਸਥਾਨ ਵਿੱਚ ਵਸ ਜਾਏ, ਸਾਡੇ ਵੀ ਪਾਪ ਕਰਮ ਕੱਟੇ ਜਾਣ। ਰਹੋ ਵਿਚਾਰ। ਅਸੀਂ ਦੱਸ ਰਹੇ ਸਾਂ, ਭਗਤ ਨਾਮਦੇਵ ਜੀ ਮਹਾਰਾਜ ਦੇ ਛਾਬੇ ਚੋਂ ਕੁੱਤਾ ਰੋਟੀ ਲੈ ਗਿਆ। ਅਸੀਂ ਹੁੰਦੇ ਤਾਂ ਡੰਡਾ ਮਾਰ ਕੇ ਦੋਨੋਂ ਲੱਤਾਂ ਤੋੜ ਦਿੰਦੇ, ਪਰ ਉਧਰ ਭਗਵਾਨ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਮਗਰੇ ਮਗਰ ਭੱਜੇ ਜਾ ਰਹੇ ਨੇ। ਸਾਧ ਸੰਗਤ, ਇੱਕ ਦਿਨ ਇੱਕ ਮਾਈ 10 ਲੀਟਰ ਦੁੱਧ ਲੈ ਕੇ ਸੰਤਾਂ ਦੇ ਅਸਥਾਨ ਤੇ ਪਹੁੰਚ ਗਈ। ਲਓ ਮਹਾਰਾਜ, ਅੱਜ ਮੇਰੇ ਵੱਲੋਂ ਦੁੱਧ ਦੀ ਸੇਵਾ। ਮਹਾਪੁਰਸ਼ ਕਹਿੰਦੇ, ਤੂੰ ਤਾਂ ਵੱਡੇ ਵੱਡੇ ਸਮਾਗਮਾਂ ਤੇ ਨਹੀਂ ਦੁੱਧ ਲੈ ਕੇ ਆਉਂਦੀ। ਤੈਨੂੰ 5 ਸਾਲ ਹੋ ਗਏ, ਅਸੀਂ ਹਰ ਇੱਕ ਪ੍ਰੋਗਰਾਮ ਤੇ ਕਹਿੰਦੇ ਆ, ਬੀਬਾ ਦੁੱਧ ਲੈ ਕੇ ਆਇਆ ਕਰ। ਤੂੰ ਦੁੱਧ ਨਹੀਂ ਲੈ ਕੇ ਆਉਂਦੀ ਹੈ, ਲੰਗਰ ਦੇ ਵਿੱਚ ਸੇਵਾ ਨਹੀਂ ਕਰਦੀ। ਅੱਜ ਕੋਈ ਸਮਾਗਮ ਵੀ ਨਹੀਂ ਹੈ ਇੱਥੇ ਸਾਡੇ ਅਸਥਾਨ ਤੇ, ਤੂੰ 5 ਲੀਟਰ ਦੁੱਧ ਚੱਕੀ ਫਿਰਦੀ ਹੈ, ਕਿਉਂ? ਕਹਿੰਦੀ, ਬਾਬਾ ਜੀ ਬਿੱਲੀ ਜੂਠੀ ਕਰ ਗਈ ਸੀ, ਬਿੱਲੀ ਦੁੱਧ ਜੂਠਾ ਕਰ ਗਈ ਸੀ। ਮੈਂ ਸੋਚਿਆ ਡੋਲਣਾ ਕਾਹਨੂੰ ਹੈ, ਸੰਤਾਂ ਨੂੰ ਦੇ ਆਉਂਦੇ ਆ। ਸਾਡੀ ਸ਼ਰਧਾ ਤਾਂ ਐਸੀ ਹੈ ਵੀ ਜੇ ਖਰਾਬ ਹੋ ਗਿਆ ਤਾਂ ਸੰਤਾਂ ਨੂੰ। ਆ ਮੁੰਡੇ ਦੇਖੋ, ਜਿਨ੍ਹਾਂ ਦੇ ਮੁੰਡੇ ਤਾਂ ਐਜੂਕੇਟਡ ਹੋਣਗੇ, ਉਹ ਕਹਿਣਗੇ ਜੀ ਅਰਦਾਸ ਕਰੋ ਜੱਜ ਲੱਗ ਜੇ, ਅਰਦਾਸ ਕਰੋ ਵਕੀਲ ਬਣ ਜੇ, ਅਰਦਾਸ ਕਰੋ ਡਾਕਟਰ ਬਣ ਜੇ। ਜਿਹਦੇ ਵਿਚਾਰੇ ਦੀ ਲੱਤ ਬਾਂਹ ਖੜੀ ਹੋਊਗੀ,
ਜਿਹੜਾ ਅਨਪੜ੍ਹ ਜਿਹਾ ਹੋਊਗਾ, ਸਾਰੇ ਘਰਦਿਆਂ ਦੀਆਂ ਗਾਲਾਂ ਖਾਂਦਾ ਹੋਊਗਾ, ਉਹਨੂੰ ਕਹਿਣਗੇ ਬਾਬਾ ਜੀ ਸਾਡੇ ਵਾਲੇ ਨੂੰ ਵੀ ਨਾਲ ਹੀ ਰੱਖ ਲਓ, ਇਹ ਤਾਂ ਬਾਬਾ ਹੀ ਬਣਾ ਦਿਓ। ਦੱਸੋ ਵੀ ਬਾਬੇ ਵਾਧੂ ਘਾਟੂ ਬੰਦੇ ਬਾਬੇ ਬਣਦੇ ਹੁੰਦੇ ਨੇ। ਕਹਿਣ ਤੋਂ ਭਾਵ ਕਿ ਅੱਛੀਆਂ ਚੀਜ਼ਾਂ ਅਸੀਂ ਰੱਖਦੇ ਹਾਂ ਤੇ ਖੋਟੀਆਂ ਚੀਜ਼ਾਂ ਸਤਿਗੁਰਾਂ ਨੂੰ ਦਿੰਦੇ ਹਾਂ। ਪਾਟਿਆ ਨੋਟ ਦੇਖ ਲਓ, ਮਹਾਰੀ ਮੂਹਰੇ ਹੁੰਦਾ ਕਈ ਵਾਰੀ, ਪਾਟੇ ਨੋਟ ਬੜੀ ਵਾਰ ਹੁੰਦੇ ਨੇ, ਪਰ ਸਤਿਗੁਰੂ ਨੇ ਤਾਂ ਇਸ ਗੱਲ ਤੇ ਵੀ ਕਹਿ ਦਿੱਤਾ ਕਿ ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨ ਹਾਰ। ਸਤਿਗੁਰਾਂ ਨੇ ਤੇ ਇਹ ਵੀ ਕਹਤਾ ਖੋਟੇ ਹੀ ਦੇ ਦਿਓ, ਅਸੀਂ ਚੰਗੇ ਬਣਾ ਕੇ ਤੁਹਾਨੂੰ ਦੇ ਦਾਂਗੇ। ਜਿੱਦਣ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਨ ਵਾਸਤੇ ਤੁਰੇ, ਇੱਕ ਬਾਲਕੇ ਨੂੰ ਉਹਦੀ ਮਾਂ ਆਵਾਜ਼ਾਂ ਮਾਰਦੀ ਹੈ, ਮਰ ਜਾਣਿਆ ਆ ਜਾ ਮੇਰੇ ਕੋਲੇ, ਮਰ ਜਾਣਿਆ ਆ ਜਾ ਮੇਰੇ ਕੋਲੇ। ਸਤਿਗੁਰੂ ਕਹਿੰਦੇ ਬੇਬੇ ਇਹ ਜਵਾਕ ਨੂੰ ਤੂੰ ਮਰ ਜਾਣਾ ਹੀ ਕਹੀ ਜਾਨੀ, ਉਹਦਾ ਨਾਮ ਲੈ ਕੋਈ, ਤੂੰ ਮਰ ਜਾਣਾ ਸ਼ਬਦ ਕਿਉਂ ਵਰਤਦੀ ਹੈ? ਉਹ ਮਾਤਾ ਕਹਿਣ ਲੱਗੀ ਬਾਬਾ ਜੀ ਮੈਂ ਇਹਨੂੰ ਇਹਦਾ ਨਾਂ ਹੀ ਮਰ ਜਾਣਾ ਰੱਖਤਾ, ਮਰ ਜਾਣਾ ਕਹਿ ਕੇ ਬੁਲਾਉਣੀ ਆ। ਮਹਾਰਾਜ ਜੀ ਕਹਿੰਦੇ ਮਾਤਾ ਕਿਉਂ? ਕਹਿੰਦੀ ਮੇਰੇ ਪਹਿਲਾਂ 5 ਪੁੱਤ ਹੋ ਕੇ ਮਰ ਗਏ, ਮੈਨੂੰ ਇਉਂ ਲੱਗਦਾ ਕਿ ਇਹਨੇ ਵੀ ਤਾਂ ਮਾਰੀ ਜਾਣਾ ਵਿਚਾਰੇ ਨੇ, ਮੈਂ ਕਾਹਤੇ ਕੋਈ ਹੋਰ ਪ੍ਰੇਮ ਦਾ ਨਾਮ ਰੱਖਾਂ, ਫਿਰ ਜਦੋਂ ਜਾਊਗਾ ਮਨ ਉਦਾਸ ਹੋ ਜੂ, ਮੈਂ ਪਹਿਲਾਂ ਹੀ ਨਾਮ ਮਰ ਜਾਣਾ ਰੱਖਤਾ। ਸੱਚੇ ਪਾਤਸ਼ਾਹ ਨੇ ਉਸ ਬਾਲਕ ਨੂੰ ਗੋਦੀ 'ਚ ਲਿਆ, ਕਹਿੰਦੇ ਇਹ ਮਰ ਜਾਣਾ ਨਹੀਂ, ਇਹ ਮਰਦਾਨਾ ਹੈ, ਇਹ ਗੁਰੂ ਕਾ ਮਰਦਾਨਾ, ਇਹ ਗੁਰੂ ਕਾ ਭਾਈ ਜਿਹੜਾ ਸਾਰੀ ਜ਼ਿੰਦਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਬਾਬ ਵਜਾਉਂਦਾ ਰਹੇਗਾ, ਉਹ ਹੈ ਮਰਦਾਨਾ। ਦੁਨੀਆ ਉਹਨੂੰ ਮਰ ਜਾਣਾ ਕਹਿੰਦੀ ਕਿ ਇਹਨੇ ਮਰੇ ਹੀ ਜਾਣਾ, ਇਹਨੇ ਖਤਮ ਹੀ ਹੋ ਜਾਣਾ। ਅੱਜ ਜਿੰਨੀ ਬਾਣੀ ਅਸੀਂ ਸੁਣ ਰਹੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ, ਸਾਰੀ ਬਾਣੀ ਦੁਨੀਆ ਦੇ ਉੱਤੇ ਜਦੋਂ ਆਈ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੇ ਸੁਣੀ। ਉਹ ਮਰਦਾ ਸੀ ਕਿਤੇ, ਉਹ ਤਾਂ ਤਾਰਨ ਵਾਲਾ ਬਣ ਗਿਆ ਦੁਨੀਆ ਦੇ ਭਲੇ ਵਾਸਤੇ। ਕਦੇ ਕਦੇ ਮਹਾਰਾਜ ਨੇ ਉਹਨੂੰ ਰੁਸਾ ਦੇਣਾ, ਉਹਨੇ ਰੁੱਸ ਜਾਣਾ, ਰੁੱਸ ਕੇ ਉੱਥੇ ਜਾਣਾ ਜਿੱਥੇ ਸਤਿਗੁਰਾਂ ਨੇ ਕਿਸੇ ਦਾ ਭਲਾ ਕਰਨਾ ਹੁੰਦਾ ਸੀ। ਕਦੇ ਨੂਰ ਸ਼ਾਹ ਬੇਗਮ ਦੇ ਚਲੇ ਗਏ, ਬਾਲਾ ਕਹਿੰਦਾ ਮਹਾਰਾਜ ਜਾਣ ਦੋ, ਰੁੱਸ ਕੇ ਚਲਿਆ ਗਿਆ, ਆਪਾਂ ਨਹੀਂ ਲੈ ਕੇ ਆਉਣਾ। ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਉਹਨੂੰ ਬੇਸ਼ੱਕ ਆਪਣੀ ਲੋੜ ਨਹੀਂ ਹੈ, ਪਰ ਮੈਨੂੰ ਲੋੜ ਹੈ, ਮੈਂ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਉਹ ਮੈਨੂੰ ਕੀਰਤਨ ਸੁਣਾਉਂਦਾ ਹੈ। ਕਿਹੜਾ ਕੀਰਤਨ? ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਅੱਗੇ ਹੁੰਦਾ ਕੀ ਹੈ? ਆਪ ਤਰੇ ਸਗਲੇ ਕੁਲ ਤਾਰੇ ਕਰ ਦਰਗਹਿ ਪਤ ਸਿਓ ਜਾਏਂਦਾ। ਐਸਾ ਕੀਰਤਨ ਕਰਦਾ, ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਕੀਰਤਨ ਨਿਰਮੋਲਕ ਹੀਰਾ, ਉਹ ਐਸਾ ਕੀਰਤਨ ਕਰਦਾ ਹੈ। ਗੁਰੂ ਨਾਨਕ ਆਪ ਉਹਨੂੰ ਲੈਣ ਵਾਸਤੇ ਗਏ, ਅੱਗੇ ਜਾ ਕੇ ਕੀ ਦੇਖਿਆ? ਉਹਨੂੰ ਭੇਡੂ ਬਣਾ ਕੇ ਉਹਦੇ ਗਲ ਦੇ ਵਿੱਚ ਪਾ ਕੇ ਇੱਕ ਧਾਗਾ ਜਿਹਾ, ਉਹਨੂੰ ਭੇਡੂ ਬਣਾ ਕੇ ਕਿੱਲੇ ਦੇ ਨਾਲ ਬੰਨਿਆ ਹੋਇਆ। ਅਸੀਂ ਵਿੱਚ ਸਾਰੇ ਪ੍ਰਮਾਣ ਦੇ ਰਹੇ ਹਾਂ, ਕੋਈ ਸ਼ੰਕਾ ਨਾ ਰਹਿ ਜਾਏ ਕਿ ਦੁਨੀਆ ਕੀ ਕੁਝ ਕਰ ਸਕਦੀ ਹੈ। ਸਤਿਗੁਰਾਂ ਦੇ ਕੀਰਤਨੀਏ ਨੂੰ ਨੂਰ ਸ਼ਾਹ ਬੇਗਮ ਦੀਆਂ ਡੈਣਾ ਨੇ ਭੇਡੂ ਬਣਾ ਕੇ ਕਿੱਲੇ ਨਾਲ ਬੰਨਤਾ। ਸਾਧ ਸੰਗ ਜਦੋਂ ਸਤਿਗੁਰੂ ਗਏ ਬੰਗਾਲ ਦੇ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਢਾਕੇ ਦੀ ਧਰਤੀ ਤੇ ਬੰਗਾਲ ਬੰਗਲਾਦੇਸ਼ ਜਦੋਂ ਉਧਰ ਨੂੰ ਜਾ ਰਹੇ ਹਨ, ਹੁਣ ਉਹ ਚਾਹੁੰਦੀਆਂ ਨੇ ਕਿ ਸਤਿਗੁਰਾਂ ਦੇ ਗਲ ਵਿੱਚ ਸਤਿਗੁਰਾਂ ਨੂੰ ਵੀ ਕੋਈ ਐਸੀ ਜੂਨ ਦੇ ਦਈਏ। ਜਦੋਂ ਸਤਿਗੁਰਾਂ ਨੂੰ ਟੱਚ ਕਰਨ ਲੱਗੀਆਂ, ਆਪੇ ਭੇਡੂ ਤੇ ਕੂਕਰ ਦੀ ਜੂਨ ਚ ਪੈ ਗਈਆਂ। ਔਰ ਸਤਿਗੁਰਾਂ ਨੇ ਬਾਲੇ ਨੂੰ ਕਿਹਾ, ਜਾ ਭਾਈ ਬਾਲਿਆ ਮਰਦਾਨੇ ਦੇ ਗਲ ਦਾ ਧਾਗਾ ਜਿਹਾ ਕੱਟ ਦੇ ਉਹਦਾ ਧਾਗਾ, ਉਹਨੂੰ ਮੁਕਤ ਕਰ ਇਸ ਜੂਨੀ ਤੋਂ। ਜਦੋਂ ਧਾਗਾ ਜਿਹਾ ਕੱਟਤਾ, ਭਾਈ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਕਰਦਾ। ਹੁਣ ਉਹ ਬੀਬੀਆਂ ਦੇ ਘਰ ਵਾਲੇ ਆ ਕੇ ਕਹਿੰਦੇ ਮਾਫ ਕਰੋ ਮਹਾਰਾਜ, ਇਹ ਤਾਂ ਜਿਹੜਾ ਵੀ ਕੋਈ ਰਾਹੀ ਪਾਉਂਦੀ ਆਉਂਦਾ ਹੈ ਉਹਨੂੰ ਸਾਧ ਸੰਗਤ ਜੀ, ਜਿਹੜਾ ਵੀ ਕੋਈ ਆਉਂਦਾ ਹੈ ਉਸ ਨੂੰ ਵੀ ਇਸ ਤਰ੍ਹਾਂ ਦਾ ਜੀਵਨ ਦੇ ਦਿੰਦੇ ਹਨ ਜਿਸ ਜੀਵਨ ਦੇ ਨਾਲ ਇਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ, ਦੁੱਖਾਂ ਭਰਿਆ ਜੀਵਨ ਹੋ ਜਾਂਦਾ ਹੈ, ਪਾਪ ਕਰਮਾਂ ਵਾਲਾ ਜੀਵਨ ਹੋ ਜਾਂਦਾ ਹੈ। ਕਿਰਪਾ ਕਰਕੇ ਸੱਚੇ ਪਾਤਸ਼ਾਹ ਇਹਨਾਂ ਪਾਪੀ ਜੀਵਾਂ ਦਾ ਉਧਾਰ ਕਰ ਦਿਓ, ਇਸ ਜੂਨ ਤੋਂ ਛੁਟਕਾਰਾ ਕਰ ਦਿਓ,
ਤਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਆਉਣਾ ਸਫਲਾ ਹੋ ਜਾਵੇ। ਤੁਹਾਡੇ ਆਉਣ ਦੇ ਨਾਲ ਅਸੀਂ ਵੀ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਹੇ ਦੀਨ ਦਿਆਲ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਡੀਆਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲਓ। ਇਸ ਤਰ੍ਹਾਂ ਦੀਆਂ ਬੇਨਤੀਆਂ ਹੋਈਆਂ, ਉਹਨਾਂ ਤੋਂ ਮੁਕਤ ਕਰਕੇ ਉਹਨਾਂ ਦਾ ਉੱਚਾ ਤੇ ਸੁੱਚਾ ਜੀਵਨ ਬਣਾ ਦਿੱਤਾ। ਅਸੀਂ ਬਚਨ ਉਹਨਾਂ ਦੇ ਘਰ ਰੱਖੇ ਹਾਂ ਜਿਹੜੇ ਸਭ ਸੰਗਤੀ ਉੱਤੇ ਭਗਵਾਨ ਨੂੰ ਤਾਂ ਪੱਥਰ ਦੀ ਮੂਰਤੀ ਹੈ। ਭਗਵਾਨ ਪ੍ਰਸ਼ਾਦਾ ਛਕੇਗਾ ਕਿਵੇਂ? ਬੜੀ ਵਾਰ ਪ੍ਰਯਤਨ ਕੀਤਾ ਗਿਆ ਪਰ ਭਗਵਾਨ ਨੇ ਪ੍ਰਸ਼ਾਦਾ ਛਕਿਆ ਨਾ। ਹੁਣ ਕੀ ਕੀਤਾ? ਮਨ ਦੇ ਵਿੱਚ ਸੰਕਲਪ ਆ ਗਿਆ, ਐ ਮਨਾ ਇਹ ਗੱਲ ਕੀ ਹੋ ਗਈ? ਭਗਵਾਨ ਮੇਰੇ ਤੋਂ ਨਾਰਾਜ਼ ਲੱਗਦੇ ਹਨ, ਕਿਰਪਾ ਕਰਕੇ ਭਗਵਾਨ ਪਾਤਸ਼ਾਹ ਮੇਰਾ ਲਿਆਂਦਾ ਹੋਇਆ ਪ੍ਰਸ਼ਾਦਾ ਛਕੋ, ਭੋਜਨ ਛਕੋ, ਮੇਰੀ ਬੇਨਤੀ ਪ੍ਰਵਾਨ ਕਰੋ। ਪਰ ਭਗਵਾਨ ਭੋਜਨ ਛਕਦੇ ਨਹੀਂ। ਮਨ ਬੜਾ ਉਪਰਾਮ ਤੇ ਉਦਾਸ ਰਹਿੰਦਾ ਹੈ। ਅੱਜ ਭਗਵਾਨ ਦੇ ਅੱਗੇ ਥਾਲਾ ਰੱਖ ਕੇ ਭਗਤ ਧੰਨੇ ਵਾਂਗੂ ਜਿੱਦ ਕਰਕੇ ਬੈਠ ਗਏ। ਆਪ ਜੀ ਨੂੰ ਭੋਜਨ ਛਕਣਾ ਹੀ ਪਏਗਾ। ਪੱਥਰ ਦੀ ਮੂਰਤੀ ਨੇ, ਇੱਕ ਤਾਂ ਭਗਤ ਧੰਨਾ ਜੀ ਦਾ ਪ੍ਰਮਾਣ ਹੈ, ਭਗਤ ਨਾਮਦੇਵ ਜੀ ਦਾ ਇਤਿਹਾਸ ਵੀ ਹੈ। ਨਾਮਦੇਵ ਜੀਆਂ ਦੀ ਮੂਰਤੀ ਦੇ ਅੱਗੇ ਰੱਖਿਆ ਹੋਇਆ ਭੋਜਨ ਭਗਤ ਨਾਮਦੇਵ ਜੀ ਦੀ ਸ਼ਰਧਾ ਤੋਂ ਪ੍ਰਸੰਨ ਹੋ ਕਰਕੇ ਠਾਕੁਰਾਂ ਨੇ ਪ੍ਰਸ਼ਾਦੇ ਨੂੰ ਭੋਗ ਲਗਾਇਆ। ਇੰਨੀ ਕਿਰਪਾ ਹੋ ਗਈ, ਜਦੋਂ ਪ੍ਰਸ਼ਾਦਾ ਛਕਾ ਕੇ ਖਾਲੀ ਥਾਲਾ ਆਪਣੀ ਮਾਤਾ ਕੋਲ ਲੈ ਕੇ ਗਏ। ਮਾਂ ਕਹਿੰਦੀ, ਪੁੱਤ ਪ੍ਰਸ਼ਾਦਾ ਕਿੱਥੇ ਹੈ? ਤੂੰ ਭੋਗ ਲਵਾ ਕੇ ਆਇਆ, ਭਗਵਾਨ ਨੂੰ ਪ੍ਰਸ਼ਾਦਾ ਹੈ ਕਿੱਥੇ? ਉਹ ਕਹਿੰਦਾ, ਬੇਬੇ ਮੈਂ ਪ੍ਰਸ਼ਾਦਾ ਭਗਵਾਨ ਨੂੰ ਛਕਾ ਕੇ ਆਇਆ, ਤੂੰ ਮੇਰੇ ਤੋਂ ਪ੍ਰਸ਼ਾਦਾ ਮੰਗਦੀ ਹੋ ਤਾਂ ਛਕ ਲਿਆ ਭਗਵਾਨ ਨੇ। ਕਹਿੰਦੀ, ਕਮਾਲ ਹੋ ਗਈ, ਤੇਰਾ ਬਾਪੂ ਵੀ ਤਾਂ ਭੋਗ ਲਗਵਾਉਂਦਾ ਹੁੰਦਾ, ਉਹ ਤਾਂ ਸਾਰਾ ਪ੍ਰਸ਼ਾਦਾ ਵਾਪਸ ਮੋੜ ਕੇ ਲੈ ਆਉਂਦਾ ਹੈ। ਇੱਕ ਚਮਚਾ ਦੁੱਧ ਦਾ ਭਰਿਆ, ਠਾਕੁਰ ਦੀ ਮੂਰਤੀ ਨੂੰ ਲਗਾਇਆ, ਵਾਪਸ ਫਿਰ ਗੜਵੇ 'ਚ ਰੱਖ ਲਿਆ। ਉਹ ਤਾਂ ਸਾਰੇ ਹੀ ਲਿਆ ਕੇ ਦਿੰਦੇ, ਤੂੰ ਸਾਰਾ ਛਕਾਇਆ ਆ ਪੁੱਤ, ਕਿਤੇ ਆਪੇ ਤਾਂ ਨਹੀਂ ਛਕ ਲਿਆ, ਤੂੰ ਕਿਤੇ ਪ੍ਰਸ਼ਾਦਾ ਆਪ ਹੀ ਤਾਂ ਨਹੀਂ ਛਕ ਲਿਆ। ਉਹ ਕਹਿੰਦਾ, ਬੇਬੇ ਕੈਸੀਆਂ ਗੱਲਾਂ ਕਰਦੀ ਐ? ਠਾਕੁਰਾਂ ਦਾ ਪ੍ਰਸ਼ਾਦਾ ਮੈਂ ਕਿੱਦਾਂ ਛਕ ਸਕਦਾ ਹਾਂ? ਠਾਕੁਰਾਂ ਦਾ ਪ੍ਰਸ਼ਾਦਾ ਠਾਕੁਰਾਂ ਨੇ ਛਕਣਾ ਕੀਤਾ ਹੈ। ਸਤ ਵਚਨ ਹੋ ਗਿਆ। ਹੁਣ ਜਦੋਂ ਪਿਤਾ ਆ ਗਿਆ, ਪਿਤਾ ਨੂੰ ਮਾਤਾ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿ ਨਾਮ ਦੇ ਪ੍ਰਸ਼ਾਦੇ ਨੂੰ ਭੋਗ ਲਵਾ ਕੇ ਆਉਂਦਾ ਜ਼ਰੂਰ, ਪਰ ਪ੍ਰਸ਼ਾਦੇ ਦਾ ਥਾਲਾ ਵਾਪਸ ਨਹੀਂ ਲੈ ਕੇ ਆਉਂਦਾ। ਸਾਰੇ ਹੀ ਪਤਾ ਨਹੀਂ ਆਪ ਖਾ ਲੈਂਦਾ ਹੈ, ਪਤਾ ਨਹੀਂ ਠਾਕੁਰਾਂ ਨੂੰ ਖਿਲਾ ਦਿੰਦਾ ਹੈ ਜਾਂ ਕਿਸੇ ਹੋਰ ਨੂੰ ਖਿਲਾਏ ਆਉਂਦਾ ਹੈ, ਸਮਝ ਕੁਝ ਨਹੀਂ ਪੈਂਦੀ। ਸਾਧ ਸੰਗਤ, ਮਾਤਾ ਤੇ ਪਿਤਾ ਦੋਨੋਂ ਜਾਣੇ ਲੁਕ ਕੇ ਦੇਖਦੇ ਹਨ ਕਿ ਨਾਮ ਦੇ ਪ੍ਰਸ਼ਾਦਾ ਆਪ ਤਾਂ ਨਹੀਂ ਛਕ ਲੈਂਦਾ, ਕਿਤੇ ਲੁਕ ਕੇ ਠਾਕੁਰਾਂ ਦੇ ਬਖਾਨੇ ਦੋਨੋਂ ਜਾਣੇ ਲੁਕ ਕੇ ਦੇਖਦੇ ਨੇ। ਜਦੋਂ ਭਗਵਾਨ ਦੇ ਅੱਗੇ ਥਾਲਾ ਪਰੋਸਿਆ ਗਿਆ, ਬੇਨਤੀ ਕੀਤੀ ਗਈ, ਅਨਕ ਪ੍ਰਕਾਰ ਭੋਜਨ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। क्या तू सोचे, क्या तू चितवे, क्या तू करे उपाय, ताको को परवाह कहूं कि जय गोपाल सुखाए, बरसे मेघ सखी कर पाहुन आए। ਜਦੋਂ ਇਸ ਤਰ੍ਹਾਂ ਬਾਣੀ ਪੜ੍ਹ ਕੇ ਅੱਗੇ ਥਾਲਾ ਰੱਖਿਆ, ਭਗਵਾਨ ਪ੍ਰਗਟ ਹੋਏ। ਭਗਤ ਨਾਮਦੇਵ ਜੀ ਨੇ ਪ੍ਰਸ਼ਾਦਾ ਛਕਾਇਆ, ਸਾਰਾ ਥਾਲਾ ਖਾਲੀ, ਕੌਲੀਆਂ ਗਲਾਸ ਖਾਲੀ, ਗੜਵਾ ਖਾਲੀ, ਲੈ ਕੇ ਘਰ ਨੂੰ ਤੁਰ ਪਏ। ਮਾਤਾ ਪਿਤਾ ਨਾਮਦੇਵ ਨੂੰ ਨਮਸਕਾਰਾਂ ਕਰਦੇ ਨੇ, ਐ ਨਾਮਿਆ ਤੂੰ ਕਰਮਾਂ ਵਾਲਾ ਪੁੱਤਰ ਹੈ। ਅਸੀਂ ਤਾਂ ਠਾਕੁਰਾਂ ਨੂੰ ਪੱਥਰ ਦੀਆਂ ਮੂਰਤੀਆਂ ਸਮਝਿਆ ਅਤੇ ਜੋ ਚੜਾਵਾ ਚੜਿਆ ਆਪ ਦੇ ਵਾਸਤੇ ਵਰਤਿਆ, ਤੇਰੇ ਜਿੰਨੀ ਸ਼ਰਧਾ ਸਾਡੇ ਤੋਂ ਬਣਾਈ ਨਾ ਗਈ। ਭਗਤ ਨਾਮਦੇਵ ਜੀ ਨੂੰ ਵੀ ਰੰਚਕ ਮਾਤਰ ਹੰਕਾਰ ਹੋਇਆ, ਇਤਿਹਾਸ ਦੱਸਦਾ ਹੈ। ਅੱਜ ਉਸ ਹੰਕਾਰ ਨੂੰ ਵੀ ਚੋਟ ਮਾਰਨੀ ਸੀ। ਅੱਜ ਮਾਂ ਕਹਿੰਦੀ, ਬੇਟਾ ਇੱਥੇ ਚੁੱਲ੍ਹੇ ਚੌਂਕੇ ਬੈਠ, ਮੈਂ ਦੁੱਧ ਉਬਲਣਾ ਰੱਖਿਆ ਹੋਇਆ ਹੈ, ਜਦੋਂ ਉਬਲਣ ਤੇ ਆਵੇ ਜਾਂ ਤਾਂ ਪਾਣੀ ਦਾ ਛਿੱਟਾ ਮਾਰ ਦੇਂ ਜਾਂ ਕੱਪੜੇ ਦੇ ਨਾਲ ਇਹ ਬਰਤਨ ਨੂੰ ਉਤਾਰ ਕੇ ਨੀਚੇ ਵੱਲ ਰੱਖ ਦੇਂ। ਸਤ ਵਚਨ। ਮਾਂ ਚਲੇਗੀ। ਜਦੋਂ ਦੁੱਧ ਉਬਲਣ ਲੱਗਿਆ, ਉਦੋਂ ਤੇ ਝੱਗ ਆਈ ਬੜੀ ਸੋਹਣੀ ਸੋਹਣੀ, ਉੱਪਰ ਨੂੰ ਉਫਣ ਕੇ ਆਇਆ, ਇੰਨਾ ਚੰਗਾ ਲੱਗਿਆ।
ਉਬਲਦਾ ਦੁੱਧ ਲਿਜਾ ਕੇ ਠਾਕੁਰਾਂ ਦੇ ਅੱਗੇ ਰੱਖ ਦਿੱਤਾ ਔਰ ਬੇਨਤੀ ਕਰਦੇ, ਭਗਵਾਨ ਦੇਖੋ ਦੁੱਧ ਦੇ ਉੱਤੇ ਝੱਗ ਕਿੰਨੀ ਸੋਹਣੀ ਹੈ, ਕਿੰਨਾ ਸੋਹਣਾ ਲੱਗਦਾ ਦੁੱਧ ਉੱਪਰ ਨੂੰ ਉਬਲਦਾ, ਕਿਰਪਾ ਕਰਕੇ ਹੁਣੇ ਹੀ ਪੀਵੋ ਭਗਵਾਨ। ਭਗਵਾਨ 2 ਵਾਰ ਨਾ ਆਏ, ਤੀਜੀ ਵਾਰ ਕਹਿੰਦਾ, ਭਗਵਾਨ ਤੁਸੀਂ ਪੀਂਦੇ ਕਿਉਂ ਨਹੀਂ, ਨਾਰਾਜ਼ ਹੋ, ਛੇਤੀ ਕਰੋ, ਹੁਣੇ ਆਓ, ਦੇਖੋ ਦੁੱਧ ਦੇ ਉੱਤੇ ਝੱਗ ਕਿੰਨੀ ਸੋਹਣੀ ਹੈ, ਕਿਰਪਾ ਕਰਕੇ ਛਕਣਾ ਕਰੋ। ਜਦੋਂ ਸਾਧ ਸੰਗਤ ਭਗਵਾਨ ਨੇ ਉਹ ਉਬਲਦੇ ਹੋਏ ਤੱਤੇ ਗਰਮ ਦੁੱਧ ਨੂੰ ਛਕਣਾ ਕੀਤਾ, ਕੁਝ ਸਮੇਂ ਤੋਂ ਬਾਅਦ ਮਾਂ ਆਈ, ਕਹਿੰਦੀ ਦੁੱਧ ਕਿੱਥੇ ਰੱਖਿਆ ਆਇਆ ਤੂੰ, ਕਿਤੇ ਉਬਾਲ ਹੀ ਤਾਂ ਨਹੀਂ ਦਿੱਤਾ ਸਾਰਾ। ਉਹ ਕਹਿਣ ਲੱਗੇ, ਮਾਂ ਜੀ ਦੁੱਧ ਤਾਂ ਭਗਵਾਨ ਨੇ ਪੀ ਲਿਆ। ਕਹਿੰਦੀ ਇੰਨਾ ਤੱਤਾ ਕਿਵੇਂ ਪੀ ਲਿਆ, ਉਹ ਮੂਰਤੀ ਹਜੇ ਵੀ ਹੈ। ਸਾਧ ਸੰਗਤ ਤੋਂ ਮੂਰਤੀ ਨੇ ਜੀਭ ਕੱਢ ਕੇ ਦਿਖਾਈ ਕਿ ਦੁੱਧ ਅਸੀਂ ਸਾਰਾ ਪੀ ਲਿਆ, ਦੇਖੋ ਜੀਭ ਤੇ ਛਾਲੇ ਹੋਏ, ਜੀਭ ਮੱਚ ਗਈ ਸਾਡੀ। ਸੋ ਕਹਿਣ ਤੋਂ ਭਾਵ ਉੱਤੇ ਫਿਰ ਨਾਮਦੇਵ ਨੂੰ ਉਸ ਤੋਂ ਬਾਅਦ ਨਹੀਂ, ਪਰ ਉਦੋਂ ਤੱਕ 72 ਵਾਰੀ ਪ੍ਰਤੱਖ ਰੂਪ ਦੇ ਵਿੱਚ ਭਗਵਾਨ ਨੇ ਦਰਸ਼ਨ ਦਿੱਤੇ ਹਨ। ਸੋ ਅਸੀਂ ਦੱਸ ਰਹੇ ਸਾਂ ਆਪ ਜੀ ਨੂੰ ਕਿ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕ ਹੈ। ਇਹ ਗੁਰਬਾਣੀ ਤੱਕ ਹੈ, ਕਾਫੀ ਜ਼ਿਆਦਾ ਮਹਿੰਗੀ ਗੁਰਮੁਖੀ ਦਾ ਸ਼ਬਦ ਹੈ। ਆਪਣੀ ਪੰਜਾਬੀ ਬੋਲੀ 'ਚ ਔਖਾ ਕਹਿ ਸਕਦੇ ਆ ਕਿ ਪੜ੍ਹਨ ਨੂੰ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ, ਸਮਝਣ ਨੂੰ ਵੀ ਮੁਸ਼ਕਲ ਆਉਂਦੀ ਹੈ, ਪਰ ਮੈਂ ਹਰ ਇੱਕ ਕਥਾ ਵਿੱਚ ਬੇਨਤੀ ਕਰ ਦਿੰਦਾ ਹੁੰਨਾ ਕਿ ਜਦੋਂ ਸਮਝਾਉਣ ਵਾਲਾ ਚਾਹੇ ਨਾ ਕਿ ਮੈਂ ਇੱਕ ਕੱਲਾ ਲਫ਼ਜ਼ ਜੋ ਮੈਨੂੰ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਦੇ ਹਿਰਦਾ ਸਥਾਨ ਵਿੱਚ ਅਤੇ ਦਿਮਾਗ ਦੇ ਵਿੱਚ ਇਹਦੇ ਅਰਥ ਪਾਉਣੇ ਹੀ ਪਾਉਣੇ ਨੇ, ਫਿਰ ਉਹ ਸਮਝਾ ਸਕਦਾ ਹੈ। ਜੇ ਕਿਤੇ ਉਹ ਸੁਣਾਉਣ ਵਾਲਾ ਪ੍ਰਚਾਰਕ ਜੋ ਵਿਸਥਾਰ ਕਰ ਰਿਹਾ ਹੈ, ਐਕਸਪਲੇਨੇਸ਼ਨ ਦੇ ਰਿਹਾ ਹੈ, ਜੇ ਉਹ ਆਪਦੇ ਗਿਆਨ ਦਾ ਪ੍ਰਗਟਾਵਾ ਕਰਨ ਲੱਗ ਜਾਵੇ ਕਿ ਦੇਖੋ ਮੈਨੂੰ ਕਿੰਨੇ ਔਖੇ ਕਿੰਨੇ ਗੂੜ ਗਿਆਨ ਦੇ ਅਰਥ ਆਉਂਦੇ ਨੇ, ਨਾ ਉਹਦੇ ਆਪ ਦੇ ਪੱਲੇ ਕੁਝ ਪਵੇਗਾ, ਨਾ ਸੰਗਤ ਦੀ ਸਮਝ ਵਿੱਚ ਕੁਝ ਆਵੇਗਾ। ਦੇਖੋ ਹੈ ਤਾਂ ਜਤ ਕਤਕ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕ ਹੈ। ਇਹ ਹੈ ਮੂਲ ਪਾਠ। ਇਹਦਾ ਅਰਥ ਬਣਦਾ ਜਿਹੜੇ ਇਨਸਾਨ ਪਰਮਾਤਮਾ ਨੂੰ ਜਤ ਕਤੈ ਤਤੈ, ਜਿਹੜੇ ਇਨਸਾਨ ਜਿੱਥੇ ਕਿੱਥੇ ਭਾਵ ਕਿੱਥੇ ਦ੍ਰਿਸ਼ਟੰ ਦੇਖਦੇ ਹਨ, ਕਿੱਥੇ ਸਵਰਗ ਮਰਤ ਪਯਾਲ ਲੋਕ ਹੈ। ਇਹ 3 ਲੋਕ ਨੇ, ਇੱਕ ਸਵਰਗ ਹੈ, ਮਾਤ ਲੋਕ ਹੈ, ਪਰਲੋਕ ਹੈ। ਸਾਧ ਸੰਗਤ ਜੀ ਇੱਕ ਪਤਾਲ ਲੋਕ ਹੈ। ਇਹ 3 ਲੋਕ ਹਨ ਜਿਨ੍ਹਾਂ ਦੇ ਵਿੱਚ ਸਵਰਗ ਲੋਕ ਆ ਗਿਆ, ਮਾਤ ਲੋਕ ਆ ਗਿਆ, ਪਤਾਲ ਲੋਕ ਆ ਗਿਆ। ਸਵਰਗ ਲੋਕ ਕਹਿ ਲਓ, ਪਰਲੋਕ ਕਹਿ ਲਓ, ਉੱਥੇ ਜਾ ਕੇ ਤਾਂ ਫਿਰ ਅਲੱਗ-ਅਲੱਗ ਵੈਕੁੰਠ ਵੀ ਆ ਜਾਏਗਾ, ਇੰਦਰ ਧਾਮ ਵੀ ਆ ਜਾਏਗਾ, ਵਿਸ਼ਨੂੰ ਧਾਮ ਵੀ ਆ ਜਾਏਗਾ, ਅਲੱਗ-ਅਲੱਗ ਬਣ ਜਾਣਗੇ। ਕਹਿਣ ਤੋਂ ਭਾਵ ਕਿ ਜਿਹੜੇ ਇਨਸਾਨ ਜਿਹੜੇ ਜੀਵ ਪਰਿਪੂਰਨ ਪਰਮੇਸ਼ਰ ਨੂੰ ਸਭ ਥਾਂ ਤੇ ਰਮਿਆ ਹੋਇਆ ਵਸਿਆ ਹੋਇਆ ਯੂਨੀਵਰਸਲ ਗੋਡ ਮੰਨਦੇ ਹਨ, ਉਹਨਾਂ ਨੂੰ ਕੀ ਬਖਸ਼ਿਸ਼ ਹੁੰਦੀ ਹੈ? ਸਰਬਤਰ ਰਮਣੰ ਗੋਬਿੰਦ ਹੈ, ਨਾਨਕ ਲੇਪ ਛੇਪ ਨਾ ਲਿਪਿਆ ਤੇ। ਉਹ ਸਰਵ ਵਿਆਪਕ ਜੋ ਪਰਮੇਸ਼ਰ ਹੈ, ਪ੍ਰਿਥਵੀ ਦਾ ਪਾਲਕ ਹੈ, ਉਹ ਵਿਕਾਰਾਂ ਦੇ ਪੋਚੇ ਨਾਲ ਲਿਬੜਦਾ ਨਹੀਂ ਹੈ। ਜਿਹੜੇ ਜੀਵ ਉਸ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਲੱਗ ਜਾਂਦੇ ਹਨ, ਪਰਮੇਸ਼ਰ ਉਹਨਾਂ ਨੂੰ ਵੀ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਜਿਹੜੇ ਵਿਵਰਜਿਤ ਕਰਮ ਹਨ ਉਹਨਾਂ ਤੋਂ ਬਚਾ ਕੇ ਰੱਖਦਾ ਹੈ। ਜਿਵੇਂ ਹੁਣ ਯੋਗੇ ਦਾ ਪ੍ਰਮਾਣ ਲੈ ਲਓ, ਜਦੋਂ ਯੋਗਾ ਪਸੌਰ ਤੋਂ ਬਹੁਤ ਸਾਰੀ ਸੰਗਤ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੀ ਹੈ, ਸਭ ਸੰਗਤਾਂ ਨੇ ਨਮਸਕਾਰਾਂ ਕੀਤੀਆਂ। 5 ਸਾਲ ਦਾ ਛੋਟਾ ਜਿਹਾ ਬਾਲਕ ਮੱਥਾ ਟੇਕਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਬੜੇ ਪਿਆਰ ਨਾਲ ਪੁੱਛਦੇ ਹੈ, ਭਾਈ ਤੇਰਾ ਨਾਂ ਕੀ ਹੈ? ਤੂੰ ਵੀ ਪਸੌਰ ਤੋਂ ਆਇਆ ਇਹਨਾਂ ਦੇ ਨਾਲ? ਕਹਿੰਦਾ ਹਾਂ ਮਹਾਰਾਜ, ਇਹਨਾਂ ਦੇ ਨਾਲ ਹੀ ਆਇਆ ਹਾਂ। ਕੀ ਨਾਮ ਹੈ ਤੇਰਾ? ਬੜੇ ਪ੍ਰੇਮ ਦੇ ਨਾਲ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਮੇਰਾ ਨਾਮ ਹੈ ਜੋਗਾ। ਦੋਨੋਂ ਮੋਢਿਆਂ ਤੋਂ ਪਕੜਿਆ, ਕੋਲ ਖੜਿਆ ਕਰਕੇ ਉਸ ਨੂੰ ਪੁੱਛਦੇ ਨੇ ਕਿਹਦੇ ਜੋਗਾ? 5 ਸਾਲ ਦੀ ਉਮਰ ਹੈ ਬਾਲਕ ਦੀ। ਅਸੀਂ ਬੁੱਢੇ ਹੋ ਜਾਂਦੇ ਹਾਂ, ਮਹਾਪੁਰਸ਼ਾਂ ਦੇ ਨਾਲ ਬੇਨਤੀਆਂ ਕਰਨ ਦਾ ਢੰਗ ਨਹੀਂ ਆਉਂਦਾ। ਅਸੀਂ ਕਿੱਡੀਆਂ ਉਮਰਾਂ ਦੇ ਹੋ ਗਏ, 40 50 60 100 ਸਾਲ ਦੇ,
ਪਰ ਸਾਨੂੰ ਇਹ ਨਹੀਂ ਪਤਾ ਸਤਿਪੁਰਸ਼ਾਂ ਦੇ ਕੋਲ ਬੇਨਤੀ ਕਿਵੇਂ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਿੱਦਾਂ ਕਰਨੀ ਹੈ, ਸਤ ਸੰਗ ਦੇ ਵਿੱਚੋਂ ਕਿਹੜੇ ਕਿਹੜੇ ਪ੍ਰਵਚਨਾਂ ਨੂੰ ਅਸੀਂ ਹਿਰਦੇ ਦੇ ਵਿੱਚ ਵਸਾ ਲੈਣਾ ਹੈ, ਕਿਹੜੇ ਪ੍ਰਵਚਨ ਕੇਵਲ ਮੇਰੇ ਹੀ ਵਾਸਤੇ ਹਨ, ਕਿਉਂਕਿ 4 ਪ੍ਰਕਾਰ ਦੇ ਪ੍ਰਵਚਨ ਹਨ। ਯਥਾਰਥ ਵਚਨ ਹਨ, ਭਿਆਨਕ ਵਚਨ ਹਨ, ਰੌਚਕ ਵਚਨ ਹਨ। ਇਹਨਾਂ ਦੇ ਵਿੱਚੋਂ ਮੇਰੇ ਵਾਸਤੇ ਕਿਹੜੇ ਹਨ, ਦੁਨੀਆ ਵਾਸਤੇ ਕਿਹੜੇ? ਅਸੀਂ ਕੀ ਸੋਚਦੇ ਹਾਂ, ਜੇ ਕਿਤੇ ਲਫ਼ਜ਼ ਆ ਗਿਆ ਨਾ ਵੀ ਪਾਪੀ ਬੜੇ ਨੇ, ਪਾਪ ਬਹੁਤ ਕਰਦੇ ਨੇ, ਅਸੀਂ ਆਪਣੇ ਦੁਸ਼ਮਣ ਬਾਰੇ ਜਦ ਸੋਚਾਂਗੇ ਉਹ ਪਾਪੀ ਹੈ, ਮੈਂ ਥੋੜੋ ਆ। ਜਦੋਂ ਪ੍ਰਮਾਣ ਆਊਗਾ ਵੀ ਤੁਸੀਂ ਤਾਂ ਬੜੀ ਸੇਵਾ ਕਰਦੇ ਹੋ, ਬੜਾ ਨਾਮ ਜਪਦੇ ਹੋ, ਫਿਰ ਅਸੀਂ ਮੋਢੇ ਚੱਕ ਕੇ ਕਹਾਂਗੇ ਮੇਰੇ ਬਾਰੇ ਮਹਿਮਾ ਹੋ ਰਹੀ ਹੈ, ਮੈਂ ਕਰਦਾ ਸੇਵਾ, ਮੇਰੇ ਜਿੰਨੀ ਸੇਵਾ ਕੌਣ ਕਰ ਲੂ। ਜੇ ਕਿਤੇ ਨਿੰਦਿਆ ਦੀ, ਚੋਰੀ ਦੀ, ਪਾਪ ਦੀ ਗੱਲ ਆਵੇ, ਕਹਾਂਗੇ ਫਲਾਨਾ ਸੋ ਕਰਦਾ ਚੋਰੀਆਂ, ਫਲਾਨਾ ਸੋ ਕਰੋ, ਤੂੰ ਕਿਹੜਾ ਚੋਰ ਨਹੀਂ। ਗੁਰਬਾਣੀ ਦੇ ਵਿੱਚ ਪ੍ਰਮਾਣ ਆਉਂਦਾ, ਕੀ ਪ੍ਰਮਾਣ ਹੈ? ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ 85। ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ ਉਹ ਸਾਰੇ ਵਾਹਿਗੁਰੂ ਦੇ ਚੋਰ ਨੇ। ਤਸਕਰ ਮੈਨੇ ਚੋਰ, ਤੇ ਤਸਕਰ ਉਹ ਸਾਰੇ ਚੋਰ ਨੇ ਜੋ ਨਾਮ ਨਾ ਲੇਵੈ। ਅਰਥ ਕਰਨ ਦੀ ਵੀ ਮੈਨੂੰ ਲੋੜ ਨਹੀਂ, ਠੇਠ ਪੰਜਾਬੀ ਹੈ, ਤੁਸੀਂ ਮੇਰੇ ਨਾਲੋਂ ਵਧੀਆ ਤਰੀਕੇ ਨਾਲ ਸਮਝ ਚੁੱਕੇ ਹੋ। ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ 85। ਇਸ ਕਰਕੇ ਜਦੋਂ ਤੱਕ ਕਿਸੇ ਦੀ ਗੱਲ ਚੱਲਦੀ ਕਿ ਉਹ ਨਿੰਦਕ ਨੇ, ਉਹ ਪਾਪੀ ਨੇ, ਉਹ ਦੁੱਖ ਦਿੰਦੇ, ਫਿਰ ਕੋਈ ਹੋਰ ਕਰਦਾ, ਮੈਂ ਨਹੀਂ ਕਿਸੇ ਨੂੰ ਦੁੱਖ ਦਿੰਦਾ। ਜੇ ਕਿਤੇ ਮਹਿਮਾ ਦੀ ਗੱਲ ਆ ਗਈ ਵੀ ਸੰਤ ਸੇਵੀ, ਸੰਤਾਂ ਦੇ ਸੰਗੀ, ਦਾਨ ਕਰਨ, ਫਿਰ ਕਹਾਂਗੇ ਮੇਰੇ ਜਿੰਨਾ ਦਾਨ ਕੌਣ ਕਰ ਲੂ। ਜੇ ਕੋਈ ਭਿਖਾਰੀ ਆ ਕੇ ਕਹਿ ਦੇਵੇ 2 ਰੋਟੀਆਂ ਦੇ ਦਿਓ, ਕਹਾਂਗੇ ਅੱਜ ਤਾਂ ਬਚੀਆਂ ਹੀ ਨਹੀਂ, ਉਹ ਮੇਰੇ ਵਰਗਾ ਦਾਨੀ ਕੋਈ ਨਹੀਂ, ਰੋਟੀਆਂ ਹੀ ਨਹੀਂ ਬਚੀਆਂ, ਹੋਰ ਕਿਤੇ ਜਾ ਕੇ ਮੰਗ ਲੈ। ਸੋ ਕਹਿਣ ਤੋਂ ਭਾਵ ਕਿ ਏਡੀਆਂ ਉਮਰਾਂ ਹੋ ਗਈਆਂ, ਹਜੇ ਤੱਕ ਸਾਨੂੰ ਨਾ ਬੇਨਤੀ ਕਰਨੀ ਆਈ, ਨਾ ਨਾਮ ਜਪਣਾ ਆਇਆ, ਨਾ ਭਲਾ ਕਰਨਾ ਆਇਆ, ਤੇ ਆਪਣੇ ਆਪ ਨੂੰ ਆਪਸ ਕੋ ਦੀਰਘ ਕਰ ਮਾਨੈ ਔਰਨ ਕੋ ਲਗਮਾਤ, ਮੇਰੇ ਵਰਗਾ ਕੌਣ ਬਣ ਜੂਗਾ। ਇਸ ਤਰ੍ਹਾਂ ਦੇ ਨਾਲ ਕਹਿਣ ਤੋਂ ਭਾਵ ਕਿ ਜੋਗੇ ਨੂੰ ਪੁੱਛਿਆ ਤੂੰ ਕਿਹਦੇ ਜੋਗਾ ਹੈ? ਸਾਧ ਸੰਗਤ ਦੋਨੋਂ ਹੱਥ ਜੋੜੇ, ਦੁਬਾਰਾ ਫਿਰ ਚਰਨਾਂ ਦੇ ਉੱਤੇ ਸਿਰ ਧਰਿਆ ਔਰ ਨਿਮਰਤਾ ਦੇ ਨਾਲ ਕਹਿੰਦਾ ਸੱਚੇ ਪਾਤਸ਼ਾਹ ਤੇਰੇ ਜੋਗਾ, ਤੇਰੇ ਜੋਗਾ ਮਹਾਰਾਜ, ਤੇਰੇ ਜੋਗਾ। ਸੱਚੇ ਪਾਤਸ਼ਾਹ ਨੇ ਚਰਨਾਂ 'ਚ ਉਠਾਇਆ, ਬੁੱਕਲ 'ਚ ਲੈ ਲਿਆ, ਕਹਿੰਦੇ ਜੋਗਿਆ ਜੇ ਤੂੰ ਮੇਰੇ ਜੋਗਾ, ਮੈਂ ਤੇਰੇ ਜੋਗਾ, ਅੱਜ ਤੋਂ ਤੂੰ ਮੇਰਾ, ਮੈਂ ਤੇਰਾ ਹੋ ਗਿਆ, ਵਾਅਦਾ ਹੋ ਗਿਆ। ਸਤ ਸੰਗਤ ਅਸੀਂ ਤੁਹਾਨੂੰ ਵਿਚਾਰ ਦੇ ਰਹੇ ਹਾਂ, ਸਰਵਤਰ ਰਮਣੰ ਗੋਬਿੰਦ ਹੈ, ਨਾਨਕ ਲੇਪ ਛੇਪ ਨਾ ਲਿਪਿਆ ਤੇ। ਜਿਹੜੇ ਬੰਦਗੀ ਕਰਦੇ, ਨਾਮ ਜਪਦੇ, ਪਰਮੇਸ਼ਰ ਨੂੰ ਸਭ ਥਾਂ ਤਰਮਿਆ ਹੋਇਆ ਜਾਣਦੇ, ਵਾਹਿਗੁਰੂ ਜੀ ਉਹਦੇ ਤੇ ਵਿਕਾਰਾਂ ਦਾ ਪੋਚਾ ਨਹੀਂ ਲੱਗਣ ਦਿੰਦੇ, ਵਿਕਾਰਾਂ ਦੇ ਧੱਬੇ ਨਹੀਂ ਲੱਗਣ ਦਿੰਦੇ, ਉੱਚਾ ਸੁੱਚਾ ਜੀਵਨ ਰੱਖਦੇ ਨੇ, ਉਹਦਾ ਕਰੈਕਟਰਲੈਸ ਨਹੀਂ ਹੋਣ ਦਿੰਦੇ, ਜੀਵਨ ਸਾਫ਼ ਸੁਥਰਾ ਰੱਖਦੇ ਹਨ। ਕਿਵੇਂ? ਸੁਣਿਓ ਜਰਾ ਅੱਗੇ। ਹੁਣ ਜਦੋਂ ਜਾਣ ਦਾ ਟਾਈਮ ਆਇਆ, 5 7 10 20 ਦਿਨ ਉਹਨਾਂ ਨੇ ਸੇਵਾ ਕੀਤੀ। ਸੱਚੇ ਪਾਤਸ਼ਾਹ ਆਗਿਆ ਦੇ ਦਿਓ ਅਸੀਂ ਜਾਈਏ, ਹੁਣ ਘਰਾਂ ਨੂੰ ਬੜੇ ਦਿਨ ਹੋ ਗਏ, ਸਭ ਸੰਗਤ ਜਾਣ ਵਾਸਤੇ ਰੈਡੀ ਹੈ। ਹੁਣ ਜਦੋਂ ਇਹਨਾਂ ਦਾ ਟਾਈਮ ਆਇਆ, ਭਾਈ ਜੋਗਾ ਜੀ ਦਾ ਮੱਥਾ ਟੇਕ ਕੇ ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਤੁਹਾਡੇ ਚਰਨਾਂ 'ਚ ਹੀ ਰਵਾਂਗਾ, ਤੁਹਾਡੀ ਉਹ ਸੇਵਾ ਕਰਾਂਗਾ, ਕਿਰਪਾ ਕਰਕੇ ਮੈਨੂੰ ਚਰਨਾਂ 'ਚ ਹੀ ਰੱਖ ਲਓ ਸੱਚੇ ਪਾਤਸ਼ਾਹ। ਸੰਗਤ ਕਹਿੰਦੀ ਚਲੋ ਮਹਾਰਾਜ ਰੱਖ ਲਓ, ਬੱਚਾ ਹੈ, ਤੁਹਾਡੇ ਚਰਨਾਂ 'ਚ ਰਹੇਗਾ, ਨਾਮ ਸਿਮਰਨ ਭਜਨ ਬੰਦਗੀ ਨਾਲ ਜੁੜਿਆ ਰਹੇਗਾ, ਸਤ ਵਚਨ ਰੱਖੋ ਮਹਾਰਾਜ ਜੀ। ਸੱਚੇ ਪਾਤਸ਼ਾਹ ਨੇ ਰੱਖ ਲਿਆ, ਚਰਨਾਂ 'ਚ ਰਹਿੰਦਾ ਹੈ, ਸੇਵਾ ਕਰਦਾ ਗੁਰੂ ਕੇ ਲੰਗਰਾਂ ਦੀ, ਖੇਤਾਂ ਦੇ ਵਿੱਚ ਸੇਵਾ ਕਰਦਾ, ਘੋੜਿਆਂ ਦੀ ਸੇਵਾ ਕਰਦਾ, ਦਿਨ ਰਾਤ ਭੱਜਿਆ ਫਿਰਦਾ, ਬੜਾ ਤਕੜਾ ਸਡੌਲ ਸਰੀਰ ਹੋ ਗਿਆ ਇਸ ਬਾਲਕੇ ਦਾ। ਅੰਮ੍ਰਿਤ ਛਕ ਕੇ ਭਾਈ ਜੋਗੇ ਤੋਂ ਭਾਈ ਜੋਗਾ ਸਿੰਘ ਹੋ ਗਿਆ। ਅੱਜ ਜਦੋਂ 21 ਸਾਲ ਦਾ ਨੌਜਵਾਨ ਹੋ ਗਿਆ, ਗ੍ਰਸਤੀ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਆਹ ਲਈਏ। ਉਹਨਾਂ ਨੇ ਸੰਕਲਪ ਕੀਤਾ ਔਰ ਬੇਨਤੀ ਕਰਨ ਵਾਸਤੇ ਆ ਗਏ। ਸੱਚੇ ਪਾਤਸ਼ਾਹ ਜੋਗਾ ਸਿੰਘ ਨੂੰ ਲੈ ਕੇ ਜਾਣਾ ਹੈ, ਅਸੀਂ ਇਸ ਦਾ ਵਿਆਹ ਕਰਨਾ ਚਾਹੁੰਦੇ ਹਾਂ, ਕਿਰਪਾ ਕਰੋ ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਓ।
सच्चे पातशाह कहते भाई तुहाडी मर्जी, लै जाओ जी, लैके जाना जी, मनदा तो लै जाओ। वो कहना मेरा तो मन नहीं करता महाराज। कर देंदे ने, उन्होंने साधु बनना हुंदा है, उन्होंने कर्मां च फकीरी लिखी हुंदी है, भगती कई मुंडियां दी नहीं, कई बीबियां भैणां दे भी। वड्डे संत जी महाराज एक दिन जदों बीबियां वाले पासियों बाहर नूं आ रहे सन, बीबियां भैणां उत्थे नमस्कार करन वास्ते महाराज नूं खड़ियां। एक माता बीबी भैन जिन्हां दा नाम गुरदेव कौर है, जो पिछे जे सचखंड गए ने, नमस्कार करके महाराज जी दे सिर नीवा करके खड़ गई। महाराज जी कहते क्यों भाई तुसी इदा उदास मन नाल खड़े हो? कहते महाराज बेनती है आप जी दे चरणा च, मेरे घर परिवार वाले मेरा विआह करना चाहते हैं, जे तुहाडी रजा तुहाडी आग्या होए तो मैं करवा लवां विआह। संत जी महाराज कुछ समा नेत्र बंद करके उस बीबी का आने वाला समा देखते हैं। नेत्र बंद करके आने वाला समा एक ही है, एक शक्ति है, अद्भुत शक्ति, जो नेत्र बंद करके अगले दा अगला जीवन देखना। तुसी स्कैन कराउंदे हो ना, तुसी एक्सरे कराउंदे हो, इवें किवें महापुरखां दी दृष्टि एक्सरे ही हुंदी है, स्कैन हुंदी है। पाप तुसी कीते हुंदे दसदे ने महापुरुष, गलतियां तुहाडे तो होईयां हुंदियां मिलदे पहली वारों दसदे महापुरुष, भुल्लां तुहाडे तो होईयां दसदे महापुरुष। उन्हां कोल एक पावर है, वो परमेश्वर दे पुत्तर हन। जिवें श्री गुरु गोबिंद सिंह जी नूं अकाल पुरख ने कहा सी, तैनूं पुत्तर बना के भेजदा जाके साजी पंथ खालसा, मैं अपना सुत तोगे निवाजा, पंथ परचुर करबे को साजा। इवें किवें संत जनां नूं परमेश्वर पुत्तर बना के भेजदा है। तुहाडा कोई दोस्त मित्र है, कोई नौकर है, तुसी किते भेज दिंदे हो, तुसी नाल आपदा फोन नंबर दिंदे हो, जे फलाने थां जाके आ काम कर ले, जे कोई प्रॉब्लम आई तो मैनूं फोन कर ले, तुसी कहंदे हो अगले नूं। अगला उत्थे जांदा सारा काम करदा, जे किते प्रॉब्लम आउंदी तुहानूं फोन करदे, फलाना अफसर मन नहीं रेखा आ करियो जरा गल, तुसी एकदम कर लेंदे हो। इवें किवें महापुरखां नूं सारियां अथॉरिटीज़ दे के भगवान भेजदा और नाल अपनी भगती, अपनी मैडिटेशन, अपनी अटैचमेंट टू गॉड वो दे के भेजदे ने। जदों किसी संगत दा कोई काम अड़ जाए, कोई रुकावट, कोई विघन पै जाए, बिरती ला के बह जिओ, सानू याद करियो, असीं तरीका मैथड थ्योरी तुहानूं दवांगे किस तरीके नाल इन्हां जीवां दा भला हो सकदा है। साध संगत जी वाल्मीकि दा भला कीता, गनका पापण दा भला कीता। गनका पापण होए कह पापां दा गलहार परोता। इन्ने पाप, कोई एक करो, कोई दो करो, कोई चार करो, कोई 10 पाप करो, कोई 100 पाप करो। गनका ने तो पापां दा जिवें गल दे विच हार ही परो के पा लिया होवे। गनका पापण होए कह, कोई कह दो किसी नूं पापी या पापण, ये लिखिया भाई गुरदास साहब जी ने। गनका पापण होए कह पापां दा गलहार परोता। संत भेजते ਉਹਦੇ ਕੋਲ, ਉਹਨਾਂ ਨੇ ਜੁਗਤੀ ਦੇਤੀ, ਤੋਤਾ ਦੇਤਾ, ਇਹਨੂੰ ਨਾਮ ਜਪਾਇਆ ਕਰ। ਇੱਕ ਦਿਨ ਤੋਤੇ ਦੀ ਥਾਂ ਤੇ ਸੱਪ ਆ ਕੇ ਬਹਿ ਗਿਆ। ਜਦੋਂ ਬੀਬੀਆਂ ਹੱਥ ਪਾ ਕੇ ਪਿੰਜਰੇ 'ਚ ਉਠਾਉਂਦੀ ਤੋਤੇ ਨੂੰ, ਬੋਲ ਰਾਮ ਰਾਮ, ਸੱਪ ਨੇ ਡੰਗ ਮਾਰਿਆ, ਮਰਦੇ ਵੇਲੇ ਮੂੰਹ 'ਚੋਂ ਰਾਮ ਸ਼ਬਦ ਨਿਕਲਿਆ, ਸਿੱਧੀ ਸੱਚਖੰਡ ਨੂੰ ਚਲੀ ਗਈ। ਜਗ ਜਾਣਨਾ, ਕੋਈ ਪਾਪੀ ਹੈ ਮੇਰੇ ਪਾਪ ਮੈਂ ਹੀ ਜਾਣਦਾ, ਕੋਈ ਪਾਪੀ ਉਹਦੇ ਦੋਸਤ ਉਹਦੇ ਪਾਪ ਜਾਣਦੇ, ਕੋਈ ਪਾਪੀ ਹੈ ਸਾਧ ਸੰਗਤ ਇੱਕ ਪਿੰਡ ਜਾਣਦਾ, ਕੋਈ ਪਾਪੀ ਹੈ ਕੋਈ ਸਾਰਾ ਦੇਸ਼ ਜਾਣਦਾ, ਕੋਈ ਮੋਦੀ ਵਰਗਾ ਪਾਪੀ ਹੈ ਸਾਰੀ ਦੁਨੀਆ ਜਾਣਦੀ ਹੈ। ਜਾਣਦੇ ਨੇ ਨਾ ਕਿ ਪਾਪੀ ਹੈ, ਗਰੀਬ ਲੋਕਾਂ ਨੂੰ ਕਿੰਨਾ ਦੁੱਖ ਦੇ ਰਿਹਾ ਹੈ। ਪਰ ਅਜਾਮਲ ਬਾਰੇ ਵੀ ਪ੍ਰਮਾਣ ਹੈ, ਅਜਾਮਲ ਪਾਪੀ ਜਗ ਜਾਣੈ, ਸਾਰਾ ਜਗਤ ਸੰਸਾਰ ਜਾਣਦਾ ਸੀ। ਸਾਧੂ ਭੇਜਦੇ ਭਲਾ ਕਰਤਾ ਕਿਵੇਂ? ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ, ਅੱਖ ਬੰਦ ਕਰਕੇ ਖੋਲੀ ਇਹਨੂੰ ਨਿਮਖ ਕਹੀਦਾ। ਨਿਮਖ ਮਾਹੇ ਨਿਸਤਾਰਾ, ਜੁਗਤੀ ਦੇਤੀ, ਤੇਰੇ 6 ਪੁੱਤਰ ਹੋ ਗਏ, ਇੱਕ ਪੁੱਤ ਹੋਰ ਹੋਊਗਾ, ਉਹਦਾ ਨਾਮ ਨਰੈਣ ਰੱਖ ਲਈ। ਮਰਨ ਵੇਲੇ ਤੂੰ ਇਹਨੂੰ ਹੀ ਯਾਦ ਕਰਦਾ ਕਰਦਾ ਮਰੇਗਾ, ਇਹਦੇ ਬਦਲੇ ਦੇ ਵਿੱਚ ਤੂੰ ਸੱਚਖੰਡ ਚਲਿਆ ਜਾਏਗਾ। ਇਸ ਕਰਕੇ ਮਹਾਪੁਰਸ਼ਾਂ ਨੂੰ ਅਥਾਰਟੀ, ਤੁਸੀਂ ਪਾਵਰ ਆਫ ਟਰਨੀ ਕਹਿੰਦੇ ਹੋ ਸ਼ਾਇਦ,
ਉਹ ਅਥਾਰਟੀ, ਉਹ ਪਾਵਰ ਆਫ ਟਰਨੀ ਦੇ ਕੇ ਭੇਜਦੇ ਹਨ। ਆ ਲੈ ਭਾਈ, ਤੈਨੂੰ ਪਾਵਰ ਮੈਂ ਆਪ ਦੀ ਦੇਤੀ। ਸਤਿਗੁਰਾਂ ਦੇ ਕੋਲ ਮਾਤਾ ਸੁਲੱਖਣੀ ਆ ਗਈ, ਚੰਬੇ ਪਿੰਡ ਦੇ ਰਹਿਣ ਵਾਲੀ, ਆ ਕੇ ਕਹਿੰਦੇ ਮਹਾਰਾਜ ਔਲਾਦ ਨਹੀਂ ਹੈ ਮੇਰੇ, ਬੱਚਾ ਨਹੀਂ ਹੈ ਮੇਰੇ। ਮਹਾਰਾਜ ਕਹਿੰਦੇ ਲਿਆ ਦੇ ਦਿੰਨੇ ਆ, ਚਾਹੇ ਪਹਿਲਾਂ ਮੋੜਤਾ ਸੀ ਇੱਕ ਵਾਰ ਕਿ ਤੇਰੇ ਕਰਮਾਂ 'ਚ ਨਹੀਂ ਲਿਖਿਆ। ਭਾਈ ਗੁਰਦਾਸ ਸਾਹਿਬ ਜੀ ਨੇ ਜੁਗਤੀ ਦੱਸਤੀ, ਪੇਪਰ ਪੈਨ ਪਕੜਾਤਾ ਸਤਿਗੁਰਾਂ ਨੂੰ। ਸਤਿਗੁਰਾਂ ਨੇ ਇੱਕ ਪਾਉਂਦਿਆਂ ਪਾਉਂਦਿਆਂ 7 ਪਾਤਾ ਵੀ ਇੱਕ ਪੁੱਤ ਦੇਤਾ, ਫਿਰ ਕਹੋਗੇ ਜੀ ਕਹਿਣੇ 'ਚ ਨਹੀਂ ਚੱਲਦਾ, ਇੱਕ ਹੋਰ ਦੇ ਦਿਓ। ਫਿਰ ਜੇ ਇੱਕ ਹੋਰ ਦੇ ਤਾਂ ਕਹੋਗੇ ਜੀ ਤਾਂ ਖੇਤਾਂ ਦੇ ਕੰਮ ਕਰਦਾ, ਘਰੇ ਰਹਿਣ ਵਾਸਤੇ ਇੱਕ ਹੋਰ ਦੇ ਦਿਓ। ਮੈਨੇ ਮੰਗੀ ਜਾਣੇ ਨੇ, ਮੰਗੀ ਜਾਣੇ ਨੇ, ਚੱਲ ਇਹਨੂੰ 7 ਪੁੱਤ ਦੇ ਦਿਓ। 70 ਸਾਲ ਦਾ ਬੁੱਢਾ ਬਾਬਾ ਆਦਮ ਆਇਆ ਮਹਾਰਾਜ ਕੋਲੇ, ਆ ਕੇ ਬੇਨਤੀਆਂ ਕਰਦਾ, ਮਹਾਰਾਜ ਔਲਾਦ ਬਖਸ਼ੋ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕਰਮਾਂ 'ਚ ਨਹੀਂ ਲਿਖੀ। ਸੇਵਾ ਕਰ ਜਾ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਲੱਗ ਗਿਆ, ਅੰਤਾਂ ਦੀ ਸੇਵਾ ਕੀਤੀ। ਜਦੋਂ ਫਿਰ ਬੁਲਾਇਆ, ਬਾਬਾ ਆਦਮ ਮੰਗ ਕੀ ਮੰਗਦਾ ਹੈ? ਤੇਰੀ ਘਰ ਵਾਲੀ ਭਾਗ ਭਰੀ ਨੂੰ ਲੈ ਕੇ ਆ, ਮੰਗੋ ਕੀ ਮੰਗਦੇ ਹੋ? ਕਹਿੰਦੀ ਜੀ ਔਲਾਦ ਮੰਗੀ ਸੀ ਅਸੀਂ ਤੁਹਾਡੇ ਤੋਂ। ਕਹਿੰਦੇ ਤੁਹਾਡੇ ਕਰਮਾਂ 'ਚ ਨਹੀਂ ਲਿਖੀ, ਉੱਠ ਕੇ ਤੁਰ ਪਏ। ਕਹਿੰਦੇ ਚੰਗਾ ਮਹਾਰਾਜ 7 ਵਚਨ। ਜਦੋਂ ਜਾਣ ਲੱਗੇ ਤਾਂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪੁੱਤ ਸਾਡੇ ਘਰੇ ਆਉਣਾ ਸੀ, ਸਾਡੇ ਇੱਕ ਪੁੱਤ ਨੇ ਹੋਰ ਜਨਮ ਲੈਣਾ ਸੀ, ਅਸੀਂ ਆਪ ਦਾ ਪੁੱਤਰ ਤੁਹਾਨੂੰ ਦੇਤਾ, ਉਹਦਾ ਨਾਮ ਭਾਈ ਭਗਤੂ ਰੱਖਿਓ। ਐਡੀਆਂ ਦਾਤਾਂ ਦੇ ਕੇ ਭੇਜਦੇ ਨੇ ਆਪ ਦੇ ਜਨ, ਆਪ ਦੇ ਸੰਤ, ਆਪ ਦੇ ਗੁਰੂ ਲੋਕਾਂ ਨੂੰ ਅਕਾਲ ਪੁਰਖ ਵਾਹਿਗੁਰੂ ਕਿ ਜਾਓ ਪਰ ਤੁਸੀਂ ਭਲਾ ਕਰੋ ਸੰਗਤਾਂ ਦਾ, ਕਿਸੇ ਦਾ ਦਿਲ ਨਾ ਦੁਖਾਇਓ, ਕੋਈ ਪਾਪ ਕਰਮ ਨਾ ਕਰਿਓ, ਵਿਸ਼ੇ ਰਸ ਦੇ ਵਿੱਚ ਨਾ ਲੱਗਿਓ। ਜਿਹੜੇ ਵਿਸ਼ੇ ਰਸ ਤੋਂ ਬਚ ਕੇ ਚੱਲਦੇ ਹਨ, ਪਾਪ ਕਰਮਾਂ ਤੋਂ, ਸਮਝੋ ਕਿ ਉਹ ਪਰਮੇਸ਼ਰ ਨੂੰ ਸਭ ਥਾਂ ਤੇ ਰਮਿਆ ਹੋਇਆ ਜਾਣਦੇ ਹਨ। ਕੀ ਕਹਿੰਦੇ ਨੇ? ਸਰਵਤਰ ਰਮਣੰ ਗੋਬਿੰਦ ਕਹੈ ਨਾਨਕ, ਲੇਪ ਛੇਪ ਨਾ ਲਿਪੇ ਅਤੇ। ਕਹਿੰਦੇ ਸੱਚੇ ਪਾਤਸ਼ਾਹ ਜੀ ਉਹਨੂੰ ਰੰਚਕ ਮਾਤਰ ਵੀ ਕੋਈ ਦੋਸ਼, ਕੋਈ ਦਾਗ ਨਹੀਂ ਲੱਗਣ ਦਿੰਦੇ ਜਿਹੜਾ ਪਰਮੇਸ਼ਰ ਦੀ ਬੰਦਗੀ 'ਚ ਪ੍ਰਵਿਰਤ ਹੋ ਜਾਂਦਾ ਹੈ। ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸੁਵਜਨੈ। ਜਿਹੜੇ ਬੰਦਗੀ ਕਰਨ ਵਾਲੇ ਹਨ, ਨਾਮ ਜਪਣ ਵਾਲੇ ਹਨ, ਪਰਮੇਸ਼ਰ ਦੇ ਨਾਲ ਅਭੇਦ ਹੋਏ ਹਨ, ਥੋੜੀ ਕਿਰਪਾ ਨਹੀਂ ਉਹਨਾਂ ਤੇ, ਅੰਤਾਂ ਦੀ ਕਿਰਪਾ ਜ਼ਹਿਰ ਵੀ ਉਹਨਾਂ ਵਾਸਤੇ ਅੰਮ੍ਰਿਤ ਬਣ ਜਾਇਆ ਕਰਦੀ ਹੈ। ਇਹ ਕੋਈ ਮਾੜੀ ਮੋਟੀ ਗੱਲ ਥੋੜੋ ਹੈ ਸਾਧ ਸੰਗਤ। ਜ਼ਹਿਰ ਨੇ ਅੰਮ੍ਰਿਤ ਬਣ ਜਾਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ। ਜੇ ਇਤਿਹਾਸ ਵੱਲ ਤੁਸੀਂ ਝਾਤ ਮਾਰ ਕੇ ਦੇਖੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਐਸੀ ਐਸੀ ਕਿਰਪਾ ਕਿੰਨਾ ਸੱਜਣਾ ਦੇ ਉੱਤੇ ਹੋਈ। ਕੋਈ ਐਸਾ ਹੈ ਜਿਸ ਨੂੰ ਖਲਾਈ ਹੋਈ ਜ਼ਹਿਰ ਵੀ ਅੰਮ੍ਰਿਤ ਬਣ ਗਈ ਹੋਵੇ। ਸਾਧ ਸੰਗਤ ਜੀ, ਜੇ ਇਤਿਹਾਸ ਪੜੋਗੇ ਤਾਂ ਆਪ ਜੀ ਨੂੰ ਪਤਾ ਲੱਗ ਜਾਏਗਾ ਕਿ ਇਹ ਕਿਰਪਾ ਕਿਹਦੇ ਤੇ ਹੋਈ ਸੀ, ਇਹ ਬਖਸ਼ਿਸ਼ ਕਿਹਦੇ ਤੇ ਹੋਈ ਸੀ। ਸਾਧ ਸੰਗਤ, ਮੀਰਾ ਬਾਈ ਦੇ ਉੱਤੇ ਇਹ ਬਖਸ਼ਿਸ਼ ਹੋਈ ਸੀ। ਕਰਮਾਂ ਵਾਲਿਆਂ ਨੂੰ ਇਹ ਦਾਤਾਂ ਮਿਲਦੀਆਂ ਹਨ, ਪ੍ਰੇਮਾ ਭਗਤੀ ਵਾਲਿਆਂ ਨੂੰ ਇਹ ਦਾਤਾਂ ਮਿਲਦੀਆਂ ਹਨ। ਜੇ ਇਤਿਹਾਸ ਵੱਲ ਝਾਤ ਮਾਰੋਗੇ ਨਾ, ਮੀਰਾ ਬਾਈ ਰਾਜਾ ਰਤਨ ਸਿੰਘ ਦੇ, ਜੋ ਮੇਵਾੜ ਦਾ ਰਾਜਾ ਸੀ, ਰਾਜਪੂਤਾਨੇ ਦਾ, ਬੀਕਾਨੇਰ ਦਾ, ਜੋਧਪੁਰ ਦਾ, ਉੱਥੋਂ ਦੀ ਪੁੱਤਰੀ ਸੀ ਇਹ ਮੀਰਾ ਬਾਈ। ਰਾਜਾ ਰਤਨ ਸਿੰਘ ਰਾਠੌਰ ਦੀ ਪੁੱਤਰੀ ਸੀ। ਇਹਦਾ ਜਨਮ 1548 ਦੇ ਵਿੱਚ ਹੋਇਆ ਸੀ। ਮੇਵਾੜ ਦੇ ਰਾਜਕੁਮਾਰ ਭੋਜਰਾਜ ਦੇ ਨਾਲ, ਰਾਣਾ ਸਾਂਗਾ ਦੇ ਪੁੱਤਰ ਦੇ ਨਾਲ 1573 ਦੇ ਵਿੱਚ ਇਹਦਾ ਵਿਆਹ ਹੋ ਗਿਆ ਸੀ। ਇਹਦੇ ਪਤੀ ਦੇ ਦੇਹਾਂਤ ਤੋਂ ਬਾਅਦ ਕੁਝ ਸਮਾਂ ਰਹਿ ਕੇ, ਕੁਝ ਸਮੇਂ ਤੋਂ ਬਾਅਦ ਜਦੋਂ ਉਹ ਚਲ ਵਸਿਆ, ਇਹਦਾ ਮਨ ਬੜਾ ਉਦਾਸ ਰਹਿਣ ਲੱਗ ਗਿਆ। ਉਦਾਸ ਮਨ ਗੁਰੂ ਦੀ ਖੋਜ ਕਰਦਾ ਹੈ, ਪਰਮੇਸ਼ਰ ਦੀ ਖੋਜ ਕਰਦਾ ਹੈ। ਫਿਰ ਇਹਨਾਂ ਨੇ ਜਾ ਕੇ ਬਨਾਰਸ ਕਾਂਸ਼ੀ ਦੇ ਵਿੱਚ ਬੜਾ ਦਾਨ ਪੁੰਨ ਕੀਤਾ। ਮਨ ਸ਼ਾਂਤ ਨਾ ਹੋਇਆ। ਭਗਤ ਰਵਿਦਾਸ ਮਹਾਰਾਜ ਦੀ ਸੰਗਤ ਕੀਤੀ, ਉਹਨਾਂ ਦਾ ਚਰਣਾ ਅੰਮ੍ਰਿਤ ਲੈ ਕੇ ਉਹਨਾਂ ਨੂੰ ਗੁਰੂ ਧਾਰਨ ਕਰ ਲਿਆ। ਇਸ ਗੱਲ ਤੋਂ ਇਹਦਾ ਜੇਠ ਇਹਦੇ ਨਾਲ ਅੰਤਾਂ ਦੀ ਨਫ਼ਰਤ ਕਰਨ ਲੱਗ ਪਿਆ। ਉਸਨੇ ਖਿਚੜੀ ਦੇ ਵਿੱਚ ਜ਼ਹਿਰ ਮਿਲਾ ਕੇ ਦੇਤੀ। ਮੀਰਾ ਬਾਈ ਨੇ ਉਹ ਖਿਚੜੀ ਵਾਹਿਗੁਰੂ ਜੀ ਨੂੰ ਭੋਗ ਲਵਾਇਆ, ਭਗਵਾਨ ਨੂੰ। ਜਾਂ ਉਸ ਵੇਲੇ ਕਹਿ ਲਓ ਕਿ ਭਗਤ ਰਵਿਦਾਸ ਮਹਾਰਾਜ ਦਾ ਸਰੂਪ ਉੱਥੇ ਹੋਵੇਗਾ, ਜਾਂ ਉਹਨਾਂ ਨੂੰ ਹਾਜ਼ਰ ਨਾਜ਼ਰ ਕਰਕੇ ਉਹਨਾਂ ਨੂੰ ਭੋਗ ਲਗਵਾਇਆ।
कि भगवान कृपा करके छको, आप जी दा प्रसाद है। सारे परिवार दे सामने जदों खिचड़ी खा लई, उस वेले साध संगत जी मीराबाई नूं तां कुछ ना होया, पर इन्हां नूं परिवार दे मैंबरां नूं दिखाउण वास्ते भगवान दी जो मूर्ति सी ना, उस मूर्ति दे मुख दे उत्ते छाले हो गए, दिखाउण वास्ते कि भगवान ने अपने भगतां दा कष्ट आप दे उपर लै लेना कीता है। कि फिर गुरु लोग संत लोग बंदगी वालियां रूहां भी इसी तरह करिया करदियां हन। विख्या भयंत अमृतं, विख्या नूं अमृत बना दिंदे ने। ਅਸੀਂ पिछले दीवानां दे विच बेनती कीती सी कि संत बाबा आया सिंह जी, श्रीमान संत बाबा ईश्वर सिंह महाराज जी दे गुरुदेव, श्रीमान संत बाबा अतर सिंह जी रेरू साहब वाले, उन्हां दे गुरुदेव श्रीमान संत बाबा कन सिंह जी महाराज कोती मरदान वाले, उन्हां दे गुरुदेव श्रीमान संत बाबा आया सिंह जी महाराज। जदों उन्हां दा अंतला समा आया, उदों तक संगत बड़ी उन्हां दी प्रभता करदी, बड़ा जस करदी, बड़ी दुनिया उन्हां नूं नमस्कारां करदी है, बड़ी प्रभता कोरेगी है। एक उन्हां दा दुश्मन, संतां दे सारे संगी नहीं हुंदे, जे सारे प्रेमी हुंदे तां गुरु अर्जन देव जी नूं तत्तियां तवियां ते ना बिठाउंदे। जे संतां दे गुरुआं दे प्रेम वाले सारे हुंदे, गुरु नानक देव जी दे इट्टां बट्टे ना मारदे। जे गुरुआं दे साधुआं दे संत जनां दे सारे प्रेमी हुंदे, श्री गुरु तेग बहादुर जी नूं चांदनी चौक च सिर धड़ तो जुदा करके शहीद ना करदे। श्री गुरु गोबिंद सिंह जी दा सारा परिवार ना वारना पैंदा, साहिबजादियां नूं नीहां च ना चनाउणा पैंदा, जे सारे लोग बंदगी करन वालियां दा सत्कार करदे हुंदे। तुसीं कई वारी ये सवाल कर दिंदे हो, जिन्ना क नाम जपदे उन्ना कष्ट भी आ जांदा है। हुण असीं नाम नहीं जपदे, फिर किहड़ा कष्ट आउंदा नहीं। जदों कष्ट नहीं आउणा ही है तां बंदगी करो। दुख नूं दसो तुहाडा गुरु किन्ना वड्डा है। तुहाडे गुरु नूं ना दसो कि मैं तां डोल गया जी, दुख बड़ा भारी आ गया जी, हुण मैं किहदे कोल जावां जी, हुण मैं की करां जी। तुसीं गुरु कोल उदास हो के ना आओ कि दुख वड्डा, सगों दुख नूं दसो कि जिन्ना मर्जी कष्ट दे ले, मैं बाणी नहीं छड्डनी, मैं नाम नहीं छड्डना, मैं साधु जनां दे प्रवचन नहीं छड्डने, अमृत वेला नहीं छड्डना, शाम दी रहरा साहिब दा पाठ नहीं छड्डना। दुख नूं दसो ना गुरु किड्डा वड्डा है। जे तुसीं गुरु नूं दसोगे दुख इन्ना वड्डा, दुख इन्ना वड्डा, गुरु सुनी जाणगे, बोली जा, तेरा तां रोज़ दा ही काम है दुख दसणे। कई हुंदे ने ना रिश्तेदारां दे विच भी, दोस्तां मित्रां दे विच भी आप दे दुख ही रोंदे रहिंदे ने। कई उन्हां दे होर रिश्तेदार वो आप दे दुख दसी जांदे ने, ਜਿਹੜਾ ਸੁਣਦਾ ਉਹਦੀ ਸੁਣਦਾ ਨਹੀਂ, ਉਹ ਆਪ ਦੇ ਦੁੱਖ ਦੱਸਣੇ ਸ਼ੁਰੂ ਕਰ ਦਿੰਦਾ ਹੈ। ਪਰ ਨਹੀਂ, ਦੁੱਖ ਨਹੀਂ ਦੱਸਣੇ, ਕਿਉਂਕਿ ਜੇ ਦੁੱਖ ਦੱਸੋਗੇ, ਬਾਣੀ ਪਤਾ ਕੀ ਕਹਿੰਦੀ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਜੇ ਦੁੱਖ ਦੀਆਂ ਪੰਡਾਂ ਖੋਲੋਗੇ ਤਾਂ ਵਿੱਚੋਂ ਦੁੱਖ ਹੀ ਦੁੱਖ ਨਿਕਲਣਾ। ਜੇ ਬਾਣੀ ਦੀ ਗੱਲ ਕਰੋਗੇ, ਭਜਨ ਦੀ, ਸਿਮਰਨ ਦੀ, ਗੁਰੂਆਂ ਦੀ ਸਾਖੀ, ਗੁਰੂਆਂ ਦਾ ਇਤਿਹਾਸ, ਜਪਜੀ ਸਾਹਿਬ ਦੇ ਅਰਥ, ਚੌਪੀ ਸਾਹਿਬ ਦੇ ਅਰਥ, ਆਨੰਦ ਸਾਹਿਬ ਦੀ ਬਾਣੀ ਦੇ ਅਰਥ ਪੜੋਗੇ ਤਾਂ ਅੰਦਰੋਂ ਗਿਆਨ ਪ੍ਰਗਟ ਹੋਊਗਾ। ਫਿਰ ਦੁੱਖ ਭੁੱਲ ਜਾਓਗੇ, ਬਾਣੀ ਦਾ ਸਵਾਦ, ਬਾਣੀ ਦਾ ਆਨੰਦ ਤੁਹਾਨੂੰ ਆਵੇਗਾ। ਸੰਤ ਬਾਬਾ ਆਇਆ ਸਿੰਘ ਮਹਾਰਾਜ ਬੈਠੇ ਨੇ, ਉਹ ਜਿਹੜਾ ਦੁਸ਼ਮਣ ਸੀ ਨਾ ਮਹਾਪੁਰਸ਼ਾਂ ਦਾ ਵਿਰੋਧ ਕਰਨ ਵਾਲਾ, ਮਹਾਪੁਰਖ ਤਾਂ ਨਹੀਂ ਮੰਨਦੇ ਹੁੰਦੇ ਕਿਸੇ ਨੂੰ ਦੁਸ਼ਮਣ, ਪਰ ਕੀ ਕਰੀਏ, ਸਭ ਤਰ੍ਹਾਂ ਦੀ ਦੁਨੀਆ ਹੈ। ਉਹਨੇ ਸੋਚਿਆ ਆਪਾਂ ਸੰਤਾਂ ਨੂੰ ਜ਼ਹਿਰ ਦੇ ਕੇ ਮਾਰ ਦੋ। ਇਹ ਤਾਂ ਸੰਤ ਇੰਨੀ ਦੁਨੀਆ ਤੋਂ ਮੱਥੇ ਟਕਾਈ ਜਾਂਦੇ ਨੇ, ਇਹ ਤਾਂ ਗੱਦੀ ਲਾ ਕੇ ਬਹਿੰਦੇ ਨੇ, ਜਾਣੀ ਲੋਕ ਇਹਨਾਂ ਗੱਲਾਂ ਦੇ ਉੱਤੇ ਬੜੇ ਬੜੇ ਕਿੰਤੂ ਪਰੰਤੂ ਕਰਦੇ ਐ। ਹੁਣ ਜਿਹੜਾ ਵਿਚਾਰਾ ਬਜ਼ੁਰਗ ਹੋ ਗਿਆ ਜਾਂ ਜਿਹਨੇ ਸਾਰਾ ਦਿਨ ਬੈਠਣਾ, ਉਹ ਚੌਂਕੜਾ ਮਾਰ ਕੇ ਧਰਤੀ ਤੇ ਕਿੰਨਾ ਕੁ ਚਿਰ ਬੈਠਾ ਰਹੂ। ਤੁਸੀਂ 20 ਮਿੰਟ ਨਹੀਂ ਸਤਿਗੁਰਾਂ ਦੀ ਹਜ਼ੂਰੀ 'ਚ ਚੌਂਕੜਾ ਮਾਰ ਕੇ ਬਹਿੰਦੇ। ਹੁਣ ਸੰਤਾਂ ਨੇ ਵਿਚਾਰੇ ਨੇ ਸਾਰਾ ਦਿਨ ਬੈਠਣਾ, ਜੇ ਕੁਰਸੀ ਤੇ ਬਹਿ ਕੇ ਲੱਤਾਂ ਸਿੱਧੀਆਂ ਕਰ ਲਈਆਂ, ਇਹਦੇ ਵਿੱਚ ਦੱਸੋ ਕਿਹੜਾ ਪਾਪ ਹੋ ਗਿਆ? ਮੈਨੂੰ ਤਾਂ ਲੱਗਦਾ ਨਹੀਂ ਕੋਈ ਪਾਪ ਹੈ ਇਹਦੇ 'ਚ, ਤਾਂ ਕੋਈ ਪਾਪ ਨਹੀਂ। ਜਿੰਨਾ ਚਿਰ ਥੱਲੇ ਬੈਠ ਸਕਦੇ ਆ, ਚੌਂਕੜਾ ਮਾਰ ਕੇ ਥੱਲੇ ਬਹਿ ਜਾਓ। ਜੇ ਲੱਤਾਂ ਥੱਕ ਗਈਆਂ, ਕੁਰਸੀ ਤੇ ਬਹਿ ਜਾਓ। ਇਹ 'ਚ ਕਿਹੜੀ ਗੱਲ ਹੈ? ਪੁਰਾਣੇ ਸਾਧੂਆਂ ਕੋ ਆਰਾਮ ਕੁਰਸੀ ਹੁੰਦੀ ਸੀ। ਮੇਨ ਤਾਂ ਇਹ ਹੈ ਕਿ ਗੁਰਮਤ ਦੀ ਵਿਚਾਰ ਹੋ ਰਹੀ ਹੈ ਕਿ ਨਹੀਂ, ਗੁਰੂ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਨਹੀਂ, ਕਿ ਆਪ ਦੀਆਂ ਗੱਲਾਂ ਹੋ ਰਹੀਆਂ ਨੇ। ਸਾਧ ਸੰਗਤ,
ਉਹਨੇ ਸੋਚਿਆ ਸੰਤਾਂ ਨੂੰ ਜ਼ਹਿਰ ਦੇ ਕੇ ਮਾਰ ਦੋ। ਉਹਨੇ ਇੱਕ ਛੋਟੀ ਜਿਹੀ ਕੱਪੀ ਲਈ, ਉਹ ਪੋਇਜ਼ਨ ਦੀ ਡੋਜ਼ ਪਾਈ, ਸੰਤਾਂ ਨੂੰ ਕਹਿੰਦਾ ਮਹਾਰਾਜ ਦੁੱਧ ਛਕ ਲੋ। ਸੰਤ ਮੁਸਕਰਾ ਕੇ ਕਹਿੰਦੇ ਅੱਗੇ ਤਾਂ ਕਦੇ ਪਿਲਾਇਆ ਨਹੀਂ ਤੈਂ, ਅੱਗੇ ਤਾਂ ਤੈਂ ਕਦੇ ਨਹੀਂ ਮੈਨੂੰ ਦੁੱਧ ਪਿਲਾਇਆ ਭਾਈ, ਅੱਜ ਬੜਾ ਤੂੰ ਮੈਨੂੰ ਦੁੱਧ ਪਿਲਾ ਰਿਹਾ ਹੈ, ਕੀ ਗੱਲ ਹੋ ਗਈ? ਅੱਜ ਤੂੰ ਮੈਨੂੰ ਇੱਕ ਕੱਪੀ ਦੁੱਧ ਦੀ ਲੈ ਕੇ ਆ ਰਿਹਾ ਹੈ, ਕਾਰਨ ਕੀ ਬਣਿਆ? ਸਾਧ ਸੰਗਤ ਜੀ ਬੇਨਤੀ ਕਰਦਾ ਹੈ, ਕਹਿੰਦਾ ਮੇਰਾ ਮਨ ਕੀਤਾ ਮਹਾਰਾਜ ਜੀ, ਮੇਰਾ ਮਨ ਕੀਤਾ ਕਿ ਮੈਂ ਆਪ ਜੀ ਨੂੰ ਦੁੱਧ ਦੀ ਸੇਵਾ ਕਰਾਂ। ਮਹਾਰਾਜ ਕਹਿੰਦੇ ਲਿਆ ਭਾਈ। ਉਹ ਤਾਂ ਜਾਣੀ ਜਾਣ ਨੇ, ਅੰਤਰਯਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਉਹ ਤਾਂ ਸਭ ਦੇ ਮਨ ਦੀ ਵੇਦਨਾ ਜਾਣਦੇ ਆ। ਕੱਪੀ ਪਕੜੀ, 2 ਘੁੱਟਾਂ ਦੇ ਵਿੱਚ ਜ਼ਹਿਰ ਨੰਗਾ ਗਏ। ਉਹ ਖੜਾ ਦੇਖਦਾ ਹੁਣ ਵੀ ਸੰਤ ਮਰ ਜਾਣਗੇ, ਹੁਣ ਵੀ ਸੰਤ ਚੜ੍ਹਾਈ ਕਰ ਜਾਣਗੇ, ਹੁਣ ਵੀ ਸੰਤ ਗੁਜ਼ਰ ਜਾਣਗੇ। 2 3 4 ਘੰਟੇ ਦੇਖਦਾ ਰਿਹਾ। ਮਹਾਪੁਰਸ਼ਾਂ ਨੂੰ ਕੀ ਹੋਣਾ ਸੀ? ਸਾਧ ਸੰਗਤ ਜੀ ਵਿਖਿਆ ਭਿਅੰਤ ਅੰਮ੍ਰਿਤੰ, ਵਿਖਿਆ ਵੀ ਉਹਨਾਂ ਵਾਸਤੇ ਅੰਮ੍ਰਿਤ ਬਣ ਜਾਂਦੀ ਹੈ। ਵਿਖਿਆ ਮੈਨੇ ਵਿਸ਼, ਵਿਸ਼ ਮੈਨੇ ਜ਼ਹਿਰ, ਜ਼ਹਿਰ ਕਹੋ ਪੋਇਜ਼ਨ। ਦੂਜੇ ਦਿਨ ਫੇਰ ਆ ਗਿਆ ਸਾਧ ਸੰਗ, ਕੱਪ ਭਰ ਕੇ ਲੈ ਕੇ ਆ ਗਿਆ ਅੱਧੇ ਲੀਟਰ ਦਾ। ਕਹਿੰਦਾ ਮਹਾਰਾਜ ਜੀ ਥੋੜਾ ਜਿਹਾ ਗੁੱਸੇ 'ਚ ਵੀ ਹੈ, ਅੱਜ ਮੈਂ ਤੁਹਾਡੇ ਵਾਸਤੇ ਅੱਧਾ ਲੀਟਰ ਲੈ ਕੇ ਆਇਆ ਦੁੱਧ ਦਾ ਭਰ ਕੇ, ਸੀ ਜ਼ਹਿਰ ਪੋਇਜ਼ਨ। ਸੰਤਾਂ ਨੂੰ ਫੜਾ ਕੇ ਕਹਿੰਦਾ ਲਓ ਛਕੋ। ਮਹਾਪੁਰਖ ਫੇਰ ਮੁਸਕਰਾਏ, ਸਮਝਦੇ ਨੇ ਕਿ ਮੈਨੂੰ ਜ਼ਹਿਰ ਦੇਣ ਆਇਆ। ਦੁਸ਼ਮਣ ਵੀ ਕਦੇ ਦੁੱਧ ਦਿੰਦਾ ਹੁੰਦਾ? ਦੁਸ਼ਮਣ ਨੂੰ ਕਦੇ ਇਹ ਨਾ ਆਸ ਰੱਖੋ ਕਿ ਇਹ ਮੈਨੂੰ ਅੰਮ੍ਰਿਤ ਦੇ ਦੇਵੇਗਾ। ਦੁਸ਼ਮਣ ਨੂੰ ਕਦੇ ਮਾੜਾ ਨਾ ਸਮਝੋ, ਕਮਜ਼ੋਰ ਨਾ ਸਮਝੋ। ਇੱਥੋਂ ਤੱਕ ਸਮਝੋ ਕਿ ਕਿੰਨਾ ਗਿਰ ਸਕਦਾ ਹੈ, ਕਿੱਥੋਂ ਤੱਕ ਡਿੱਗ ਸਕਦਾ ਹੈ। ਉਹ ਵੀ ਪਕੜ ਕੇ ਛਕ ਲਿਆ। ਕਹਿੰਦੇ ਜ਼ਰੂਰ ਛਕਾਉਣਾ ਹੈ? ਕਹਿੰਦਾ ਬਿਲਕੁਲ ਛਕਾਉਣਾ ਮਹਾਰਾਜ। ਛਕ ਲਿਆ ਜੀ ਉਹਨਾਂ ਨੇ। ਉਹ ਦੇਖੀ ਜਾਂਦੇ 3 4 ਘੰਟੇ ਖੜਾ। ਸੰਤ ਮਹਾਰਾਜ ਫਿਰ ਪ੍ਰਵਚਨ ਦੇਈ ਜਾ ਰਹੇ ਹਨ। ਹੁਣ ਤੀਜੇ ਦਿਨ ਜੱਗ ਭਰ ਕੇ ਲੈ ਕੇ ਆ ਗਿਆ ਜ਼ਹਿਰ ਦਾ, 2 ਲੀਟਰ 2.5 ਲੀਟਰ ਦਾ ਜੱਗ ਭਰ ਕੇ। ਕਹਿੰਦਾ ਲਓ ਮਹਾਰਾਜ ਅੱਜ ਮੈਂ ਜੱਗ ਦੁੱਧ ਦਾ ਲੈ ਕੇ ਆਇਆ। ਕਹਿੰਦੇ ਫਿਰ ਤੂੰ ਨਹੀਂ ਟਲਦਾ? ਹੁਣ ਤੂੰ ਟਲਦਾ ਨਹੀਂ? ਕਹਿੰਦਾ ਕਿਉਂ ਮਹਾਰਾਜ? ਕਹਿੰਦੇ ਤੂੰ ਦੁੱਧ ਛਕਾਉਣਾ ਹੀ ਹੈ। ਐ ਜੱਗ ਮਹਾਰਾਜ ਦੇ ਅੱਗੇ ਕੀਤਾ ਹੋਇਆ। ਮਹਾਰਾਜ ਜੀ ਨੇ ਵੀ ਜੱਗ ਨੂੰ ਦੋਨੋਂ ਹੱਥ ਪਾ ਲਏ, ਉਹਦੇ ਵੀ ਦੋਨੋਂ ਹੱਥ ਪਾਏ ਹੋਏ ਨੇ। ਕਹਿੰਦੇ ਤੂੰ ਨਹੀਂ ਟਲਦਾ? ਸੰਗਤ ਦੇਖਦੀ ਹੈ ਵੀ ਮਹਾਪੁਰਖਾਂ ਦਾ ਦੋਖੀ ਮਹਾਪੁਰਖਾਂ ਨੂੰ ਦੁੱਧ ਪਿਲਾ ਰਿਹਾ ਹੈ। ਇਹ ਗੱਲ ਮੰਨਣ 'ਚ ਨਹੀਂ ਆਉਂਦੀ। ਕੋਈ ਗੱਲ ਜ਼ਰੂਰ ਹੈ ਵਿੱਚ, ਸੀਕ੍ਰੇਟ ਪੁਆਇੰਟ ਹੈ ਵਿੱਚ ਕੋਈ। ਕਹਿੰਦੇ ਫਿਰ ਤੇਰੀ ਇੱਛਾ ਕਰ ਦਈਏ ਪੂਰੀ? ਕਹਿੰਦਾ ਜੀ ਕਿਹੜੀ ਇੱਛਾ? ਕਹਿੰਦੇ ਦੱਸ ਦਈਏ ਸੰਗਤਾਂ ਨੂੰ? ਕਹਿੰਦਾ ਦੱਸ ਦੋ। ਕਹਿੰਦੇ ਤੂੰ ਪਰਸੋਂ ਦਾ ਜ਼ਹਿਰ ਪਿਲਾਉਣਾ ਮੈਨੂੰ, ਅੱਜ ਦਾ ਨਹੀਂ, ਪਰਸੋਂ ਦਾ ਤੂੰ ਮੈਨੂੰ ਜ਼ਹਿਰ ਪਿਲਾ ਰਿਹਾ ਹੈ। ਦੇਖ ਲੈ ਜੇ ਤੇਰੇ ਮਨ ਦੀ ਇੱਛਾ ਹੈ ਅਸੀਂ ਚੜ੍ਹਾਈ ਕਰ ਜਾਂਦੇ ਆ ਭਾਈ, ਅਸੀਂ ਸਰੀਰ ਛੱਡ ਦਿੰਦੇ ਆ ਭਾਈ। ਜੇ ਤੇਰੇ ਮਨ ਦੀ ਇੱਛਾ ਹੈ ਅਸੀਂ ਆਪਣਾ ਆਪ ਕੁਰਬਾਨ ਕਰ ਦਿੰਦੇ ਆ, ਆਪਣਾ ਆਪ ਤਿਆਗ ਦਿੰਦੇਗਾ। ਜਦੋਂ ਇਸ ਤਰ੍ਹਾਂ ਦੇ ਨਾਲ ਬਚਨ ਹੋਏ ਸਾਧ ਸੰਗਤ, ਉਹ ਜੱਗ ਆਪ ਦੇ ਵੱਲ ਨੂੰ ਖਿੱਚਦਾ ਹੈ ਤੇ ਮਹਾਪੁਰਸ਼ ਜੱਗ ਆਪ ਦੇ ਵੱਲ ਨੂੰ ਖਿੱਚਦੇ ਨੇ। ਸੰਗਤ ਕਹਿੰਦੀ ਮਹਾਰਾਜ ਆਗਿਆ ਦਿਓ ਇਹਨੂੰ ਮਾਰ ਹੀ ਨਾ ਦਈਏ। ਕਹਿੰਦੇ ਸੰਗਤੇ ਇਹਨੂੰ ਨਹੀਂ ਮਾਰਨਾ, ਸਾਡਾ ਸੰਸਾਰ ਤੋਂ ਜਾਣ ਦਾ ਟਾਈਮ ਆ ਗਿਆ। ਅਸੀਂ ਇਹਦੇ ਹੱਥੀਂ ਮਰਨਾ ਹੈ, ਇਹਦੇ ਹੱਥੀਂ ਸਾਡੀ ਮ੍ਰਿਤੂ ਲਿਖੀ ਹੋਈ ਹੈ। 3 ਦਿਨ ਹੋ ਗਏ, ਪਹਿਲਾਂ ਕੱਪੀ ਜੀ ਲੈ ਕੇ ਆਇਆ ਜ਼ਹਿਰ ਦੀ ਭਰ ਕੇ, ਕੱਲ ਕੱਪ ਲੈ ਕੇ ਆਇਆ, ਅੱਜ ਜੱਗ ਲੈ ਕੇ ਆ ਗਿਆ। ਅੱਜ ਤੱਕ ਤਾਂ ਭਗਵਾਨ ਮੇਰੇ ਹਿਰਦੇ 'ਚ ਬੁੱਕ ਬਣਾ ਲੈਂਦੇ ਸੀ, ਮੈਂ ਪੀਂਦਾ ਸੀ, ਭਗਵਾਨ ਬੁੱਕ 'ਚ ਲੈ ਕੇ ਹੱਥ ਬੰਦ ਕਰ ਲੈਂਦੇ ਸੀ। ਹੁਣ ਮੈਂ ਭਗਵਾਨ ਨੂੰ ਬੇਨਤੀ ਕਰਦਾ, ਐ ਭਗਵਾਨ ਇਹ ਬੰਦਾ ਮੈਨੂੰ ਮਾਰਨਾ ਚਾਹੁੰਦਾ, ਆ ਜ਼ਹਿਰ ਮੇਰੇ ਸਰੀਰ ਦੇ ਵਿੱਚ ਖਿੰਡ ਲੈਣ ਦਿਓ, ਫੈਲ ਲੈਣ ਦਿਓ, ਮੇਰੇ ਸਰੀਰ ਦੇ ਵਿੱਚ ਬੁੱਕ ਨਾ ਬਣਾਇਓ। ਇਹ ਜ਼ਹਿਰ ਮੇਰੇ ਸਰੀਰ 'ਚ ਫੈਲੇ ਔਰ ਮੇਰੀ ਮੌਤ ਇਹਦੇ ਹੱਥੋਂ ਹੀ ਹੋ ਜਾਵੇ। ਇਸ ਤਰ੍ਹਾਂ ਬਚਨ ਕਰਕੇ ਸੰਤ ਮਹਾਰਾਜ ਜੀ ਨੇ ਜੱਗ ਜ਼ਹਿਰ ਦਾ ਭਰਿਆ ਛਕ ਲਿਆ ਔਰ ਐ ਵਸਤਰ ਵਿਛਾ ਕੇ ਇੱਕ ਵਸਤਰ ਉੱਪਰ ਲੈ ਕੇ ਸਰੀਰ ਦਾ ਤਿਆਗ ਇਉਂ ਕਰ ਦਿੱਤਾ ਜਿਵੇਂ ਸੱਪ ਕੁੰਜ ਦਾ ਤਿਆਗ ਕਰ ਦਿੰਦਾ ਹੈ। ਸੋ ਅਸੀਂ ਕਹਿ ਰਹੇ ਸਾਂ ਵਿਖਿਆ ਭਿਅੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸਵਜਨੈ
ਜਿੰਨੀ ਦੇਰ ਤੱਕ ਮਹਾਂਪੁਰਖ ਚਾਹਣ ਓਨੀ ਦੇਰ ਤੱਕ ਜੈਕਰ ਉਹਨਾਂ ਵਾਸਤੇ ਅੰਮ੍ਰਿਤ ਬਣ ਜਾਂਦੀ ਹੈ। ਦੋਖੀ ਦੁਸ਼ਮਣ ਨੇ ਜਿਹੜੇ ਉਹਨਾਂ ਦੇ, ਉਹ ਵੀ ਕਰੀਬੀ ਰਿਸ਼ਤੇਦਾਰ ਮਿੱਤਰ ਪਿਆਰੇ ਬਣ ਜਾਂਦੇ ਹਨ। ਦੁਖੰ ਭਯੰਤ ਸੁਖਿਅੰ ਭੈ ਭੀਤੰ ਤਾਂ ਨਿਰਭਯ। ਪੀੜ, ਦੁੱਖ, ਦਰਦ ਖੁਸ਼ੀ ਦੇ ਵਿੱਚ ਬਦਲ ਜਾਂਦਾ ਹੈ। ਸਹਿਮੇ ਹੋਏ ਵੇਖ ਖੌਫ ਦੇਖਨ ਥਾਨ ਬਿਗੁਣ ਵਿਸਰਾਮ ਨਾਮੰ। ਨਾਨਕ ਕਿਰਪਾਲ ਖਰ ਖਰ ਗੁਰ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਜਿਸ ਮਨੁੱਖ ਦੇ ਉੱਤੇ, ਜਿਸ ਹਿਊਮਨ ਬੀਇੰਗ ਦੇ ਉੱਤੇ ਪਰਮਾਤਮਾ ਦਾ ਰੂਪ ਸਤਿਗੁਰੂ ਕਿਰਪਾਲ ਹੋ ਜਾਣ, ਗੁਰੂ ਕਿਰਪਾ ਕਰ ਦੇਣ, ਸਾਧੂ ਕਿਰਪਾ ਕਰ ਦੇਣ, ਮਹਾਂਪੁਰਖ ਕਿਰਪਾ ਕਰ ਦੇਣ, ਅਨੇਕਾਂ ਜੂਨਾਂ ਚ ਭਟਕਦੇ ਨੂੰ ਪਰਮਾਤਮਾ ਦਾ ਸਕਾਰਾ ਮਿਲ ਜਾਂਦਾ ਹੈ ਔਰ ਉਹ ਆਪਣਾ ਲੋਕ ਤੇ ਪਰਲੋਕ ਸਵਾਰ ਲੈਂਦਾ ਹੈ। ਉਹਦਾ ਸੰਸਾਰ ਤੇ ਆਇਆ ਸਫਲਾ ਹੋ ਜਾਂਦਾ ਹੈ। ਗੁਰੂ ਦੀ ਸੰਗਤ ਕੀਤਿਆਂ ਫਿਰ, ਜੇ ਗੁਰੂ ਦੀ ਸੰਗਤ ਨਹੀਂ ਕਰਦਾ ਫਿਰ ਉਹਨੂੰ ਹੁਕਮ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬੜੇ ਚਿਰਾਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਮਿਲਿਆ। ਤਕਰੀਬਨ ਜੇ ਆਪਾਂ ਅਖਰੀ ਵਿਚਾਰ ਕਰੀਏ ਕਿ ਕਿੰਨੇ ਕੁ ਜਨਮਾਂ ਤੋਂ ਬਾਅਦ, ਕਿੰਨੇ ਸਾਲਾਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਮਿਲਦਾ, ਤਾਂ ਵਿਦਵਾਨਾਂ ਨੇ ਇਹ ਵੀ ਖੋਜ ਕਰ ਲਈ, 7.5 ਅਰਬ ਸਾਲ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਮਿਲਦਾ। ਜਾਣੀ ਜੇ ਤੁਸੀਂ 75 ਦੇ ਨਾਲ 11 ਜ਼ੀਰੋਆਂ ਲਾ ਦੋਗੇ, ਇੰਨੇ ਸਾਲਾਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਮਿਲੂ। 83,99,999 ਜੂਨਾਂ ਦੀ ਗਿਣਤੀ ਹੈ। 7.5 ਅਰਬ ਸਾਲ, ਇੰਨੇ ਚਿਰਾਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਇੱਕ ਵਾਰੀ ਮਿਲੂਗਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਹਨ, 1,84 ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏਂਦਾ। ਇਸ ਕਰਕੇ ਅਸੀਂ ਦੁੱਖਾਂ ਵਾਲਾ ਜੀਵਨ ਬਤੀਤ ਨਹੀਂ ਕਰਨਾ, ਪਾਪ ਕਰਮਾਂ ਤੋਂ ਬਚਣ ਦਾ ਯਤਨ ਕਰਨਾ। ਜਿੰਨਾ ਵੀ ਹੋ ਸਕੇ ਗੁਰੂ ਗੁਰੂ ਜਪਣਾ। ਸਤਪੁਰਸ਼ ਮਹਾਪੁਰਸ਼ਾਂ ਦੀ ਸੰਗਤ ਜ਼ਰੂਰੀ ਹੈ, ਇਹ ਜ਼ਰੂਰ ਕਰਨੀ ਹੈ, ਕਿਉਂਕਿ ਸਾਡੇ ਪਾਪ ਕਰਮ ਇਤਨੇ ਹਨ। ਇਹਨੂੰ ਕੋਈ ਜੇ ਰਿਸ਼ਤੇਦਾਰ ਦੱਸੋ, ਅਸੀਂ ਉਹਨੂੰ ਕਵਾਂਗੇ ਤੂੰ ਕਿਹੜਾ ਗਲਤੀਆਂ ਨਹੀਂ ਕਰਦਾ, ਤੂੰ ਵੀ ਤਾਂ ਪਾਪ ਕਰਦਾ ਹੈ। ਉਹ ਆਪ ਦੇ ਪਾਪਾਂ ਤੋਂ ਡਰਦਾ ਨਹੀਂ, ਉਹਨੂੰ ਸਿੱਧੇ ਰਾਹ ਤੇ ਪਾਉਂਦਾ। ਉਹ ਦੂਜਾ ਉਹਨੂੰ ਨਹੀਂ ਆਪ ਦੇ ਪਾਪਾਂ ਤੋਂ ਡਰਦਾ, ਸਿੱਧੇ ਰਾਹ ਤੇ ਪਾਉਂਦਾ। ਦੋਨੇ ਹੀ ਇੱਕ ਦੂਜੇ ਤੋਂ ਡਰੀ ਜਾਂਦੇ ਹਨ। ਇਸ ਕਰਕੇ ਜੇ ਨਹੀਂ ਡਰਦੇ ਤਾਂ ਗੁਰੂ ਨਹੀਂ ਡਰਦੇ, ਮਹਾਪੁਰਸ਼ ਨਹੀਂ ਡਰਦੇ, ਕਿਉਂਕਿ ਉਹ ਕੇਵਲ ਗੁਰੂ ਤੋਂ, ਅਕਾਲ ਪੁਰਖ ਤੋਂ ਹੀ ਡਰਦੇ ਹਨ। ਉਹ ਸਹੀ ਬਚਨ ਕਰ ਦਿੰਦੇ ਹਨ। ਮੰਨਣਾ ਨਾ ਮੰਨਣਾ ਸਾਡੀ ਮਰਜ਼ੀ ਹੁੰਦੀ ਹੈ ਭਾਈ। ਇਸ ਕਰਕੇ ਆਪਾਂ ਨੇ ਉਹ ਕਰਮ ਕਰਨੇ ਹਨ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਮਤਿ ਦੇ ਵਿੱਚ ਦੱਸੇ। ਵਿਵਰਜਿਤ ਕਰਮਾਂ ਤੋਂ ਬਚਣਾ, ਨਿਤਨੇਮ ਦੇ ਧਾਰਨੀ ਹੋਣਾ। ਕੱਲ ਨੂੰ ਫਿਰ ਇਸੇ ਤਰ੍ਹਾਂ ਆਪਾਂ ਸਾਧ ਸੰਗਤ ਜੀ 6:30 ਤੋਂ 7:30 ਤੋਂ ਲੈ ਕਰਕੇ 7, ਸਵਾ 7 ਤੋਂ ਲੈ ਕੇ 8, ਸਵਾ 8 ਵਜੇ ਤੱਕ ਇਸੇ ਤਰ੍ਹਾਂ ਲੜੀਵਾਰ ਗੁਰਬਾਣੀ ਕਥਾ ਹਰ ਰੋਜ਼ ਦੀ ਤਰ੍ਹਾਂ ਸੰਤ ਆਸ਼ਰਮ ਮਲੇਸ਼ੀਆ ਟੀਵੀ, YouTube ਅਤੇ Facebook ਚੈਨਲ ਤੇ ਕਰਾਂਗੇ। ਸਭ ਸੰਗਤਾਂ ਨੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਜੋ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਸਜੀਆਂ ਹੋਈਆਂ ਨੇ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਰਹਿੰਦੇ ਵਿਚਾਰ ਕੱਲ ਦੇ ਦੀਵਾਨ ਵਿੱਚ, ਬੋਲਦਿਆਂ ਵਿਚਾਰਦਿਆਂ ਹੋਈਆਂ ਗਲਤੀਆਂ ਮਾਫ। ਦੇਵੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।